ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਨਿਊਜ਼ ਐਂਡ ਵਿਊਜ਼ ਵਿਦ ਡਾਕਟਰ ਸੁਰਜੀਤ ਭੱਟੀ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉੱਘੇ ਪੱਤਰਕਾਰ ਡਾਕਟਰ ਸੁਰਜੀਤ ਭੱਟੀ ਦੇ ਕੋਲੋਂ ਖਬਰਾਂ ਦੇ ਅੰਦਰਲੀ ਖਬਰ ਦੇ ਉੱਤੇ ਚਰਚਾ ਕਰਦੇ ਹਾਂ। ਹਰ ਰੋਜ਼ ਵਾਂਗ ਅੱਜ ਵੀ ਕੌਮੀ ਤੇ ਕੌਮਾਂਤਰੀ ਬੜੀਆਂ ਪ੍ਰਸਿੱਧ ਖਬਰਾਂ, ਬੜੀਆਂ ਇੰਪੋਰਟੈਂਟ ਖਬਰਾਂ, ਪ੍ਰਸਿੱਧ ਨਹੀਂ ਸੌਰੀ, ਬੜੀਆਂ ਇੰਪੋਰਟੈਂਟ ਖਬਰਾਂ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਬਹੁਤ ਜ਼ਰੂਰੀ ਬਣ ਗਈ ਹੈ। ਫੋਨ ਲਾਈਨ ਤੇ ਭੱਟੀ ਸਾਹਿਬ ਹਾਜ਼ਰ ਨੇ, ਆਓ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਕਰਦੇ ਹਾਂ। 5 ਮਿੰਟ ਅਸੀਂ ਲੇਟ ਹੋ ਗਏ, ਇਸ ਕਰਕੇ ਖਿਮਾ ਵੀ ਚਾਹੁੰਦੇ ਹਾਂ। ਭੱਟੀ ਸਾਹਿਬ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ। ਸਤਿ ਸ਼੍ਰੀ ਅਕਾਲ ਐਮਪੀ ਸਿੰਘ, ਮੇਰੀ ਵੱਲੋਂ ਤੁਹਾਨੂੰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭੱਟੀ ਸਾਹਿਬ, ਬੜੀ ਦੁਖਦਾਇਕ ਖਬਰ ਤੋਂ ਅੱਜ ਦੀਆਂ ਖਬਰਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਪਏ ਹਾਂ ਆਪਾਂ। ਉਂਝ ਤਾਂ ਸਾਰੀਆਂ ਖਬਰਾਂ ਇੰਪੋਰਟੈਂਟ ਹੁੰਦੀਆਂ, ਪਰ ਇਹ ਇੱਕ ਬਹੁਤ ਇੰਪੋਰਟੈਂਟ ਖਬਰ ਹੈ ਕਿ ਝਾਰਖੰਡ ਦੇ ਇੱਕ ਉੱਘੇ ਕ੍ਰਾਂਤੀਕਾਰੀ ਜਿਹੜੇ ਆਦੀਵਾਸੀਆਂ ਦੇ ਹੱਕਾਂ ਦੀ ਲੜਾਈ ਜਿਹੜੇ ਲੰਮੇ ਸਮੇਂ ਤੋਂ ਲੜ ਰਹੇ ਸੀ, ਉਹਨਾਂ ਨੂੰ ਇੱਕ ਨਜਾਇਜ਼ ਕੇਸ ਵਿੱਚ ਫਸਾ ਕੇ ਮੋਦੀ ਸਰਕਾਰ ਨੇ ਜੇਲ੍ਹ ਵਿੱਚ ਡੱਕ ਦਿੱਤਾ। ਬਿਮਾਰ ਹੋਣ ਦੀ ਹਾਲਤ ਵਿੱਚ, ਸੀਰੀਅਸ ਬਿਮਾਰ ਹੋਣ ਦੀ ਹਾਲਤ ਵਿੱਚ ਵੀ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਨਾ ਕਰਤਾ। ਝੂਠੇ ਕੇਸ ਉਹਨਾਂ ਦੇ ਤੇ ਉਹਨਾਂ ਦੇ ਹੋਰ ਕਈਆਂ ਸਾਥੀਆਂ ਤੇ ਪਾਏ ਹੋਏ ਸੀਗੇ। ਅੱਜ ਉਹ ਇਸ ਦੁਨੀਆ ਤੋਂ ਚਲੇ ਗਏ, ਅਲਵਿਦਾ ਕਹਿ ਗਏ। ਮੈਂ ਤਾਂ ਕਹਿਣਾ ਕਿ ਉਹ ਕਿਉਂਕਿ ਲੋਕਾਂ ਦੇ ਲਈ ਲੜੇ ਆ, ਲੋਕਾਂ ਦੇ ਲਈ ਉਹਨਾਂ ਦੀ ਕੁਰਬਾਨੀ ਹੈ ਤੇ ਉਹਨਾਂ ਨੂੰ ਸ਼ਹਾਦਤ ਦਾ ਜਿਹੜਾ ਰੁਤਬਾ ਹਾਸਲ ਹੋ ਚੁੱਕਾ ਹੈ ਤੇ ਅਸੀਂ ਉਹਨੂੰ ਸ਼ਰਧਾਂਜਲੀ ਭੇਂਟ ਵੀ ਕਰਦੇ ਹਾਂ। ਤੇ ਨਾਲ ਦੀ ਨਾਲ ਉਹ ਇੱਥੇ ਚਰਚਾ ਵੀ ਚਾਹੂੰਗਾ ਭੱਟੀ ਸਾਹਿਬ ਤੁਸੀਂ ਕਰੋ ਕਿ ਇਹ ਫਾਦਰ ਸੈਟਨ ਸਵਾਮੀ ਕੌਣ ਸੀਗੇ, ਕੀ ਸੀ ਇਹਨਾਂ ਦਾ ਮੁੱਦਾ, ਕੀ ਸੀ ਲੜਾਈ? ਐਮਪੀ ਸਿੰਘ ਬੜੀ ਦੁਖਦਾਈ ਖਬਰ ਹੈ। ਹਾਂਜੀ, ਬਹੁਤ ਹੀ ਜ਼ਿਆਦਾ ਇਹ ਮਤਲਬ ਕਿ ਘਟਨਾ ਕਾਰਨਾਮਾ ਸੈਟਨ ਫਾਦਰ ਸਚਿਨ ਸਵਾਮੀ 84 ਸਾਲਾ ਬਜ਼ੁਰਗ, ਹਾਂਜੀ, ਜਿਨ੍ਹਾਂ ਦੇ ਉੱਪਰ ਬੇਬੁਨਿਆਦ ਝੂਠੇ ਦੋਸ਼ ਬਣ ਕੇ ਪੂਨਾ ਦੀ ਪੁਲਿਸ ਨੇ ਹਾਂਜੀ, ਇਹਨਾਂ ਨੂੰ ਪਿਛਲੇ ਸਾਲ 8 ਅਕਤੂਬਰ ਨੂੰ ਅਰੈਸਟ ਕਰ ਲਿਆ। ਠੀਕ ਹੈ ਜੀ। ਦੇਸ਼ ਤੋਂ ਉਹਦਾ ਕੇਸ ਬਣ ਹੁਣ ਕਹਿੰਦੇ ਨੇ ਵੀ ਮੈਂ ਕੀਤਾ ਕੀ ਹੈ, ਮੈਨੂੰ ਇਹ ਦੱਸੋ। ਮੈਂ ਤੇ ਦੋਸਤਾਂ ਦੱਸੋ ਕੋਈ ਕਸੂਰ ਦੱਸੋ। ਉਹ ਕਹਿੰਦੇ ਸਾਡੇ ਕੋਲ ਬੜੇ ਵੱਡੇ ਸਬੂਤ ਹੈ, ਹਾਂਜੀ, ਅਸੀਂ ਪੇਸ਼ ਕਰ ਦਿਆਂਗੇ। ਔਰ ਜਦੋਂ ਯੂਏਪੀ ਲਾ ਕੇ ਇਹਨਾਂ ਕੋਲ ਯੂਏਪੀਏ ਲਾ ਕੇ ਇਦਾਂ ਦਾ ਮਾਮਲਾ ਰਜਿਸਟਰ ਹੁੰਦਾ ਹੈ, ਬਣਾਉਂਦੇ ਆ, ਫਿਰ ਉਹਤੇ ਨਾ ਜ਼ਮਾਨਤ ਹੋ ਸਕਦੀ, ਨਾ ਕੋਈ ਅਪੀਲ, ਨਾ ਦਲੀਲ, ਨਾ ਕੁਛ। ਠੀਕ ਹੈ, ਇਹਨਾਂ ਨੇ ਉਸ ਹਾਲਤ ਵਿੱਚ ਵੀ ਨਹੀਂ ਬਖਸ਼ਿਆ, ਵਿੱਚੇ ਹੀ ਅਦਾਲਤਾਂ ਮਹਾਰਾਸ਼ਟਰ ਦੀ ਹਾਈ ਕੋਰਟ ਵਿੱਚ ਸਚਿਨ ਸਵਾਮੀ ਨੇ ਕੁਝ ਦਿਨ ਪਹਿਲਾਂ ਇਹ ਗੱਲ ਕਹੀ ਕਿ ਜੇ ਮੈਨੂੰ ਜ਼ਮਾਨਤ ਨਾ ਮਿਲੀ ਮੈਂ ਰਹਿਣਾ ਨਹੀਂ, ਮੈਂ ਖਤਮ ਹੋ ਜਾਊਗਾ। ਔਰ ਉਹ ਕੁਝ ਵਾਪਰਿਆ। 3 ਤਰੀਕ ਨੂੰ ਸੁਣਵਾਈ ਸੀ ਜਿਹੜੀ ਅੱਗੇ ਭਾਰਤੀ ਹਾਈ ਕੋਰਟ ਨੇ ਇਹ ਗੱਲਾਂ ਦੇ ਬਾਵਜੂਦ, ਜਦੋਂ ਕਿ ਉਹ ਕੋਰੋਨਾ ਦਾ ਪੇਸ਼ੈਂਟ ਸੀ, ਪੋਜ਼ਿਟਿਵ ਰਿਪੋਰਟ ਸੀ, ਉਹਦੀ ਕੋਈ ਦਵਾਈ ਨਹੀਂ ਮਿਲੀ। ਜਦੋਂ ਕਿ ਉਹ ਬੜੀ ਖਤਰਨਾਕ ਅਲਜ਼ਾਈਮਰ ਦੀ ਬਿਮਾਰੀ ਹੈ ਜਿਹਦੇ ਵਿੱਚ ਨਾ ਯਾਦਾਸ਼ਤ ਠੀਕ ਰਹਿੰਦੀ, ਨਾ ਕੋਈ ਚੱਲ ਫਿਰ ਸਕਦਾ, ਉਸ ਹਾਲਤ ਵਿੱਚ ਉਹਨੂੰ ਬੇੜੀਆਂ ਤੇ ਕੜੀਆਂ ਲਾ ਕੇ ਬਿਠਾਇਆ ਗਿਆ ਸੀ। ਔਰ ਇਹ ਜਿਹੜੀ ਚੀਜ਼ ਹੈ ਦਾ ਅਸਰ ਸਾਰੇ ਇਲਾਕੇ 'ਚ ਬਹੁਤ ਗੰਭੀਰ ਪਿਆ, ਕਿਉਂਕਿ ਇੱਕ ਬੜੀ ਸਨਮਾਨਿਤ ਹਸਤੀ ਸੀ ਝਾਰਖੰਡ ਦੇ ਇਲਾਕੇ 'ਚ, ਖਾਸ ਕਰ ਆਦੀਵਾਸੀਆਂ ਦੇ ਇਲਾਕੇ 'ਚ। ਹਾਂਜੀ, ਬਿਲਕੁਲ। ਪਿਛਲੇ ਕਈ ਦਹਾਕਿਆਂ ਤੋਂ ਇਹਨੇ ਆਪਣਾ ਸਾਰਾ ਜੀਵਨ ਜਿਹੜਾ ਉਹਨਾਂ ਲੋਕਾਂ ਲਈ ਨਿਸ਼ਾਵਰ ਕਰ ਦਿੱਤਾ ਸੀ। ਤੁਹਾਨੂੰ ਯਾਦ ਹੋਊਗਾ ਉੱਥੇ ਜਿਹੜੀਆਂ ਲਹਿਰਾਂ ਚੱਲਦੀਆਂ ਰਹੀਆਂ, ਉੱਥੇ ਪਾਣੀ ਦਾ ਮਸਲਾ, ਡੈਮਾਂ ਦਾ, ਉੱਥੇ ਇਹਨਾਂ ਦੀਆਂ ਜ਼ਮੀਨਾਂ ਦਾ ਮਸਲਾ, ਉਹਦੇ ਲਈ ਇਹ ਬਕਾਇਦਾ ਤੌਰ ਤੇ ਡਟ ਕੇ ਹਮਾਇਤ ਕਰਦਾ ਸੀ ਤੇ ਲੋਕ ਇਹਦਾ ਸਨਮਾਨ ਕਰਦੇ ਸੀ। ਠੀਕ ਹੈ ਜੀ। ਔਰ ਇਸ ਢੰਗ ਦੇ ਨਾਲ ਜਿਹੜਾ ਇਹ ਕਾਰਨਾਮਾ ਕੀਤਾ ਗਿਆ, ਇਹਦੇ ਵਿੱਚ ਮੈਂ ਇਹ ਕਹੂੰਗਾ ਕਿ ਉਹਨਾਂ ਦੀ ਮੌਤ ਨਹੀਂ ਹੋਈ, ਉਹਨਾਂ ਦਾ ਕਤਲ ਕੀਤਾ ਗਿਆ। ਕਤਲ ਲਈ ਜ਼ਿੰਮੇਵਾਰ ਕੌਣ ਹੈ? ਇੱਥੋਂ ਦੇ ਪੂਰੀ ਦੇ ਪੂਰੀ ਵਿਵਸਥਾ, ਇੱਥੋਂ ਦੀ ਸਰਕਾਰ। ਇਹਦੇ ਵਿੱਚ ਆਪਾਂ ਪਹਿਲਾਂ ਵੀ ਇਹ ਕਹਿੰਦੇ ਆ ਕਿ ਇਹ ਹਾਰ ਦਾ ਕੋਈ ਕਾਨੂੰਨ, ਕੋਈ ਕਾਇਦਾ ਕੁਛ ਵੀ ਨਹੀਂ ਰਿਹਾ। ਇਹ ਤਾਨਾਸ਼ਾਹ ਤਰੀਕਿਆਂ ਦੇ ਨਾਲ ਇੱਕ ਕਿਸਮ ਦਾ
ਜੱਜ ਹੈ ਉਹ ਸੰਵੇਦਨਾਹੀਨ ਹੋ ਗਏ। ਉਹਨਾਂ ਨੂੰ ਮਨੁੱਖਤਾ ਮਾਨਵਤਾ ਦਾ ਕੋਈ ਅਰਥ ਹੀ ਨਹੀਂ ਰਿਹਾ। ਕਿਆ ਉੱਥੇ ਰੌਲਾ ਪਿਆ। ਸਾਰੇ ਹੀ ਜਿਹੜੇ ਹਾਈ ਕੋਰਟ ਦੇ ਲੋਕ ਅਟੈਸ਼ੀ ਵਕੀਲ ਸੀ, ਸਾਰੇ ਇਕੱਠੇ ਹੋ ਕੇ ਇਸ ਗੱਲ ਦੀ ਆਵਾਜ਼ ਉਠਾਈ ਕਿ ਇਹਨੂੰ ਜ਼ਮਾਨਤ ਇਹਦੇ ਕੋਲ ਸਾਰਾ ਖਬਰ ਆਵੇ। ਸੋਚਿਆ ਇਹ ਗੱਲ ਹੈ ਕਿ ਸਰਕਾਰ ਇੰਨੀ ਮਤਲਬ ਹੱਦ ਤੱਕ ਡਰ ਚੁੱਕੀ ਹੈ ਜਾਂ ਇਹਦਾ ਮਤਲਬ ਉਹਦੇ ਪੈਰਾਂ ਤੋਂ ਜ਼ਮੀਨ ਨਿਕਲ ਚੁੱਕੀ ਹੈ ਕਿ 85 ਸਾਲ ਦਾ ਬਿਮਾਰ ਬਜ਼ੁਰਗ ਕੋਵਿਡ ਦਾ ਮਰੀਜ਼ ਉਹਦੇ ਤੋਂ ਵੀ ਡਰੀ ਜਾ ਰਹੀ। ਸੋ ਇਹਦਾ ਮੀਡੀਆ 'ਚ ਵੀ ਬੜਾ ਖਤਰਨਾਕ ਮਤਲਬ ਇਹਦਾ ਪ੍ਰਭਾਵ ਪਿਆ। ਔਰ ਟੋਟਲ ਜਿਹੜਾ ਵਕੀਲਾਂ ਦੇ 2 ਹਿੱਸੇ ਇਸ ਵੇਲੇ ਹੋਏ ਆ। ਇੱਕ ਉਹ ਆ ਜਿਹੜੇ ਤਾਨਾਸ਼ਾਹਾਂ ਦੇ ਹਮਾਇਤ ਵਿੱਚ ਅੱਖਾਂ ਬੰਨ੍ਹ ਕੇ ਮਤਲਬ ਰੌਲਾ ਪਾਉਂਦੇ ਆ, ਤੇ ਦੂਸਰੇ ਪਾਸੇ ਉਹ ਆ ਜਿਹਨਾਂ ਦੇ ਅੰਦਰ ਮਾਨਵਤਾ ਆ, ਜਿਹਨਾਂ ਦੇ ਅੰਦਰ ਇਸ ਦੇਸ਼ ਨੂੰ ਹੁੰਦੇ ਲਈ ਕੋਈ ਹੈਗਾ, ਉਹ ਸਾਰੇ ਇੱਕ ਥਾਂ ਇਕੱਠੇ ਹੋ ਕੇ ਇਹਦੀ ਆਵਾਜ਼ ਉਠਾ ਰਹੇ। ਔਰ ਮੈਂ ਬੜੇ ਦੁਖੀ ਹਿਰਦੇ ਨਾਲ ਇਹ ਕਹਿੰਦਾ ਕਿ ਉਹ ਇੱਕ ਯੋਧਾ ਸੀ, ਸੱਚ ਤੇ ਖੜਾ ਹੋਣ ਵਾਲਾ ਸੀ। ਉਹ ਅੱਜ ਸਾਡੇ ਵਿੱਚ ਨਹੀਂ ਰਿਹਾ। ਉਹ ਉਹਨਾਂ ਸਾਰੇ ਸ਼ਹੀਦਾਂ ਦੀ ਕਤਾਰ 'ਚ ਜਾ ਕੇ ਚਲਾ ਗਿਆ, ਪਰ ਬੇਹੱਦ ਦੁੱਖ ਵਾਲੀ ਹੱਦ ਦੇਣ ਹੈ ਔਰ ਉਹ ਤੇ ਬਹੁਤ ਅਫਸੋਸ। ਭੱਟੀ ਸਾਹਿਬ, ਅਫਸੋਸ ਦੀਆਂ ਗੱਲਾਂ ਜਿਹੜੀਆਂ ਨਿੱਤ ਸੁਣਨ ਨੂੰ ਮਿਲਦੀਆਂ ਔਰ ਅਸੀਂ ਉਹਨਾਂ ਦੀ ਚਰਚਾ ਵੀ ਕਰਦੇ ਹਾਂ। ਇੱਕ ਬੜੀ ਅਜੀਬੋ-ਗਰੀਬ ਜੀ ਗੱਲ ਸਾਹਮਣੇ ਆਈ ਜੀ, ਜਿਹੜੇ RSS ਦੇ ਮੁਖੀ ਹੈ ਮੋਹਨ ਭਾਗਵਤ, ਉਹ ਕਹਿੰਦੇ ਆ ਕਿ 40,000 ਸਾਲਾਂ ਤੋਂ ਹਿੰਦੁਸਤਾਨ ਦਾ ਹਰ ਵਸਿੰਦਾ ਜਿਹੜਾ ਉਹ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ, ਇੱਕੋ ਪੂਰਵਜ ਦੇ ਵਾਰਸ ਹੈ। ਅਸੀਂ ਸਾਰੇ ਹਿੰਦੂ ਸਾਰੇ ਮੁਸਲਮਾਨ ਜਿਹੜੇ ਆ ਉਹਨਾਂ ਦਾ DNA ਇੱਕੋ ਹੀ ਹੈ। ਇਸ ਗੱਲ ਤੇ ਰੌਲਾ ਪੈ ਗਿਆ ਪੂਰੇ ਕੰਟਰੀ ਵਿੱਚ। ਕੀ ਮਸਲਾ ਜੀ? ਕਿਉਂ ਇਦਾਂ ਉਹਨਾਂ ਨੂੰ ਬਿਆਨ ਇਦਾਂ ਦੇ ਕਿਉਂ ਦੇਣੇ ਪਏ, ਜਾਂ ਇਹ ਬਿਆਨ ਦੇਣ ਦੇ ਪਿੱਛੇ ਭਾਵਨਾ ਕੀ ਹੈ, ਅਰਥ ਕੀ ਹੈ? ਕਿਸੇ ਨੇ ਦੇਖੋ ਭਾਰਤ ਦੇ ਵਿੱਚ ਜੋ ਵਾਪਰ ਜਾ ਰਿਹਾ ਉਹ ਕੰਧ ਤੇ ਲੱਗਿਆ ਸੱਚ ਹੈ, ਜਿਹਨੂੰ ਮੋਹਨ ਭਗਵਤ ਨੇ ਵੀ ਦੇਖ ਲਿਆ। ਉਹ ਸਟਾਈ ਲਿਖੀ ਹੋਈ ਹੈ ਕਿ ਜਿਹੜੀ ਵੱਡੀ ਪੱਧਰ ਤੇ ਸਾਜ਼ਿਸ਼ ਰਚ ਕੇ ਭਾਰਤ ਨੂੰ ਤਬਾਹ ਕੀਤਾ ਜਾ ਰਿਹਾ, RSS ਵੱਲੋਂ ਜੋ ਕੁਝ ਪਿੱਛੇ ਕੀਤਾ ਗਿਆ, ਤੇ ਜਿਹੜੇ ਜ਼ਹਿਰ ਦੇ ਬੀਜ ਬੀਜੇ ਆ ਕਿ ਉਹ ਜਿਹੜੇ ਹੈਗੇ ਆ ਉਹਦਾ ਅਸਰ ਜਦੋਂ ਹੁੰਦਾ ਦੇਖਦੇ ਆ ਤੇ ਉਹ ਅੰਦਰੋਂ ਕੰਬੇ ਹੋਏ। ਇਹ ਤੀਸਰੀ ਵਾਰ ਮੋਹਨ ਭਗਵਤ ਨੇ ਗੱਲ ਕਹੀ ਹੈ ਕਿ ਜਿਹੜਾ ਮੁਸਲਮਾਨਾਂ ਦਾ ਮਤਲਬ ਦੇ ਵਿਰੁੱਧ ਸੋਚਦਾ, ਜਿਹੜਾ ਉਹਨਾਂ ਤੇ ਹਮਲੇ ਕਰਦੇ ਆ, ਉਹ ਹਿੰਦੂ ਹੀ ਨਹੀਂ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਹਿੰਦੂ ਹੋਣ ਦੇ ਨਾ ਹੋਣ ਦਾ ਸਰਟੀਫਿਕੇਟ ਵੀ ਤਾਂ ਮੋਹਨ ਭਗਵਤ ਨੇ ਦੇਣਾ ਨਾ। ਉਹ ਉਸ ਯੂਨੀਵਰਸਿਟੀ ਦਾ ਚਾਂਸਲਰ ਹੈਗਾ, ਜਿਹੜੀ ਯੂਨੀਵਰਸਿਟੀ ਹੀ ਇਸ ਗੱਲ ਤੋਂ ਹੋਈ ਸੀ ਕਿ ਧਰਮ ਜਾਤ ਦੇ ਨਾਂ ਤੇ ਲੋਕਾਂ ਨੂੰ ਲੜਾਉਣਾ ਕਿੱਦਾਂ, ਸ਼ਹਿਰ ਕਿੱਦਾਂ ਬੀਜਣੀ ਹੈ। ਔਰ ਪਹਿਲਾਂ ਸਾਰਾ ਹੀ ਜਦੋਂ ਭਾਰਤ ਦੇ ਲੋਕ ਜਿਹੜੇ ਆ ਉਹ ਆਜ਼ਾਦੀ ਦੀ ਜੰਗ ਲੜ ਰਹੇ ਸੀ, ਸ਼ਹਾਦਤਾਂ ਦੇ ਰਹੇ ਸੀ, ਕਾਲੇ ਪਾਣੀ ਦੀਆਂ ਸਜ਼ਾਵਾਂ ਭੁਗਤ ਰਹੇ ਸੀ, ਉਸ ਵੇਲੇ ਇਹ ਜਿਸ ਸੰਸਥਾ ਦੇ ਮੁਖੀ ਅੱਜ ਉਹ ਸੰਸਥਾ ਅੰਗਰੇਜ਼ਾਂ ਨਾਲ ਮਿਲ ਕੇ ਔਰ ਉਸ ਵੇਲੇ ਉਲਟ ਰੋਲ ਕਰ ਰਹੀ ਸੀ ਕਿ ਇਹ ਦੇਸ਼ ਜਿਹੜਾ ਹੈਗਾ ਜੇ ਅੰਗਰੇਜ਼ ਚਲੇ ਗਏ ਤਾਂ ਸਾਡਾ ਬੜਾ ਨੁਕਸਾਨ ਹੋ ਜਾਣਾ। ਇਹ ਕੁਰਬਾਨੀ ਹੈ ਨਾ ਜੀ। ਹੁਣ ਅੱਜ ਜਿਸ ਵੇਲੇ ਇਹਨਾਂ ਨੂੰ ਮੌਕਾ ਮਿਲ ਗਿਆ, ਕਿਸੇ ਤਰੀਕੇ ਨਾਲ ਮਿਲ ਗਿਆ, ਇਤਿਹਾਸ ਤੇ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਤੇ ਇਹਨਾਂ ਨੇ ਉਹ ਬੁੱਲ ਕਰਾਏ ਜਿਹੜਾ ਸਭ ਕੁਝ ਯਾਦ ਹੈ। ਤੇ ਜਿਸ ਵੇਲੇ ਇਹ ਮੋਹਨ ਭਗਵਤ ਜੀ ਬਿਆਨ ਦੇ ਰਹੇ ਸੀ, ਐਲਾਨ ਕਰ ਰਹੇ ਸੀ, ਉਸ ਵੇਲੇ ਭਾਰਤ ਵਿੱਚ 4 ਥਾਵਾਂ ਦੇ ਉੱਤੇ ਮੌਬ ਲੰਚਿੰਗ ਹੋ ਰਹੀ ਸੀ। ਇਹਦਾ ਪੰਜਾਬੀ ਕਰਦੇ ਹੋ ਤੁਸੀਂ ਕਿ ਬੇਵਾਗੇ ਲੋਕਾਂ ਵੱਲੋਂ ਕਤਲੇਆਮ ਮਚਾਇਆ ਜਾ ਰਿਹਾ। ਧਾਰਮਿਕ ਜਨੂੰਨ ਦਾ ਸ਼ਿਕਾਰ ਹੋ ਕੇ, ਔਰ ਉਹ ਜਨੂੰਨ ਭੜਕਾਇਆ ਕਿਹਨਾਂ ਨੇ ਸੀ? ਇਹਨਾਂ ਲੋਕਾਂ ਨੇ। ਤੇ ਜਿਸ ਵੇਲੇ ਮੈਂ ਦੇਖਿਆ ਕਿ ਯੂਪੀ ਦੇ ਬਹੁਤ ਸਾਰੇ ਇਹੋ ਜਿਹੇ ਜ਼ਿਲ੍ਹੇ ਆ ਜਿਨ੍ਹਾਂ ਵਿੱਚ 30% ਵੋਟਾਂ ਮੁਸਲਮਾਨਾਂ ਦੀਆਂ, ਤਾਂ ਹੁਣ ਦਿਲ ਕੰਬਦਾ ਕਿ ਜੇ ਵਿਰੋਧ ਹੋਏ ਸਾਡੀ ਸਭਾ ਜਲਦੀ ਲੱਗਣੀ ਆ। ਜੇ ਅਸੀਂ ਯੂਪੀ ਚੋਂ ਹਾਰ ਖਾ ਗਏ ਤਾਂ ਸਾਡੇ ਪੈਰ ਨਹੀਂ ਲੱਗਣ ਦੇਣੇ ਭਾਰਤ ਦੇ ਵਿੱਚ। ਉਹਨਾਂ ਥਾਂ ਤੇ ਜੋ ਹਾਲਾਤ ਹੈ ਤਾਂ ਉਹਨੂੰ ਬਚਾਉਣ ਲਈ ਆਪਣੇ ਲੋਹੇ ਚਤਰਾਈ ਭਰਿਆ ਬੜਾ ਹੀ ਕਿਸਮ ਦਾ ਇਲਾਕਾ ਪਿਆ ਨਾ, ਔਰ ਇਹ ਲੋਕਾਂ ਨੂੰ ਇਹ
ਵੰਡੀਆਂ ਦੀ ਜੀ ਲੈ ਕੇ ਕੋ ਪੁੱਛਣਾ ਹੋਵੇ ਇਹ ਤਾਂ ਕਹਿ ਸਕਦੇ ਆ ਵੀ ਅਸੀਂ ਸਾਰੇ ਹੀ ਜਿਹੜਾ ਸਾਡਾ ਇਤਿਹਾਸਕ ਵਿਰਸਾ ਹੈਗਾ ਸਾਰੇ ਅਸੀਂ ਇੱਕ ਹੈ। ਇਹ ਵੰਡੀਆਂ ਦੇ ਆਪਾਂ ਮੰਨਦੇ ਬਾਅਦ ਚ ਪਾਈਆਂ। ਬਿਲਕੁਲ। ਕੋਈ ਦੂਸਰਾ ਤੁਹਾਡੀ ਆਵਾਜ਼ ਕੱਟੀ ਜਾਣ ਲੱਗ ਗਈ ਬੁੱਢੀ ਸਾਹਿਬ, ਤੁਹਾਡੀ ਤਾਂ ਆਵਾਜ਼ ਥੋੜੀ ਕੱਟ ਹੋ ਰਹੀ ਸੀ। ਹੈਲੋ ਹਾਂਜੀ ਹਾਂਜੀ ਹੁਣ ਠੀਕ ਹੈ ਜੀ, ਕਰੋ ਜੀ। ਹਾਂਜੀ ਹਾਂਜੀ ਕਰ ਕੈਰੀ ਔਨ ਜੀ। ਹਾਂਜੀ ਹਾਂਜੀ ਹਾਂ ਹੁਣ ਠੀਕ ਹੈ। ਹਾਂਜੀ ਠੀਕ ਹੈ ਜੀ। ਹਾਂਜੀ ਉਹ ਸੱਚ ਚਲੋ ਮੈਂ ਕੰਮ ਕੀਤਾ। ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ, ਕੋਈ ਗੱਲ ਇਸ ਕਰਕੇ ਕਿਸੇ ਕਿ ਇਹ ਨਾ ਇੱਕ ਸਰਾਸਰ ਜੋ ਸਮਝ ਰਿਹਾ ਮੇਰਾ ਖਿਆਲ ਹੈ ਇਹਦਾ ਲੋਕਾਂ ਤੇ ਅਸਰ ਨਹੀਂ ਹੋਣਾ। ਹਾਂਜੀ ਕੁਝ ਵੀ ਨਹੀਂ ਹੋ ਸਕਦਾ। ਠੀਕ ਹੈ ਜੀ। ਕਿਉਂਕਿ ਕੋਈ ਵੀ ਜਾਣਦੀ ਜ਼ਮੀਰ ਵਾਲਾ ਆਦਮੀ ਕੋਈ ਵੀ ਸੂਝਵਾਨ ਚਾਹੇ ਕਿਸੇ ਧਰਮ ਨੂੰ ਮੰਨਦਾ ਹੋਵੇ ਉਹ ਨਹੀਂ ਜਾਣਦਾ ਕਿ ਇਹਨਾਂ ਕੀ ਕੀਤਾ। ਇਹਨਾਂ ਨੂੰ ਤਾਂ ਸਵਾਲ ਇਹ ਵੀ ਪੁੱਛਿਆ ਜਾ ਸਕਦਾ ਜਿਹੜਾ ਤੁਸੀਂ ਸੰਵਿਧਾਨ ਵੱਖਰਾ ਬਣਾਇਆ ਉਹਨੂੰ ਲਿਆਓ ਕੱਢ ਕੇ ਬਾਹਰ। ਉਹ ਉੱਤੇ ਕਰੋ ਬਹਿਸ, ਉੱਤੇ ਚਰਚਾ ਕਰੋ। ਉੱਤੇ ਚਰਚਾ ਕਰਨ ਵਾਲੇ ਦੱਸੋ ਵੀ ਅਸੀਂ ਇਹ ਭਾਰਤ ਨੂੰ ਕੀ ਬਣਾਉਣਾ ਚਾਹੁੰਦੇ ਹਾਂ। ਠੀਕ ਹੈ ਜੀ। ਇਹਨਾਂ ਨੇ ਉਹਦੇ ਵਿੱਚ ਜੋ ਮਨੂ ਸਿਗਰਤੀ ਲਾਗੂ ਕਰਨ ਦੀ ਗੱਲ ਕੀਤੀ ਹੈ ਉਹ ਵੀ ਬਹਿਸ ਆ ਜਾਣੀ ਚਾਹੀਦੀ ਨਾ। ਹਾਂਜੀ ਬਿਲਕੁਲ। ਜੋ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਜੀ ਇਹ ਬ੍ਰਾਹਮਣਾਂ ਦਾ ਰਾਜ ਚਾਹੁੰਦੇ ਹਾਂ, ਬਾਕੀ ਜਿਹੜੇ ਹਿੰਦੂ ਆ ਉਹ ਵੀ ਬੰਦੇ ਚ ਉਹਨਾਂ ਦਾ ਕੋਈ ਰਾਜ ਦੇ ਉੱਤੇ ਆਉਣ ਦੀ ਗੱਲ ਹੋ। ਔਰਤਾਂ ਸਾਰੀਆਂ ਸ਼ੂਦਰ ਹੈ ਜਿਨ੍ਹਾਂ ਦੇ ਪੇਟੋਂ ਇਹ ਵੀ ਜੰਮੇ ਆ। ਉਹ ਜਿਹੜਾ ਵਿਅਕਤੀ ਆਪਣੀ ਮਾਂ ਨੂੰ ਸ਼ੂਦਰ ਕਹਿ ਕੇ ਪ੍ਰਚਾਰ ਕਰਦਾ ਮੈਨੂੰ ਦੱਸੋ ਉਹਦੀ ਪਵਿੱਤਰਤਾ ਕਿੱਥੇ ਗਈ। ਉਸ ਸੰਵਿਧਾਨ ਦੇ ਵਿੱਚ ਜਿਹਦੇ ਬਾਰੇ ਮੈਂ ਬਹੁਤੀ ਲੰਬੀ ਚਰਚਾ ਨਾ ਕਰਾਂ ਇੱਥੇ, ਉਹ ਸੰਵਿਧਾਨ ਲੈ ਆਉਣੇ ਤੇ ਆਨਲਾਈਨ ਕਰਾਉਣ ਬਹਿਸ ਤੇ ਪਤਾ ਲੱਗ ਜੇ ਕਿ ਇਹ ਜਿਹੜੀਆਂ ਮਤਲਬ ਛੁੱਟੀ ਕਰਨ ਦੀਆਂ ਲਹਿਰਾਂ ਚਲਾਉਣ ਡਏ ਆ ਜਿਹੜੇ ਆਪ ਨੂੰ ਬਹੁਤ ਪਵਿੱਤਰ ਪਾਕ ਪਵਿੱਤਰ ਦੱਸਣ ਦੀਆਂ ਗੱਲਾਂ ਕਰਦੇ ਆ ਇਹਨਾਂ ਦਾ ਆਪਣੀ ਸੋਚ ਕੀ ਹੈ। ਹੁਣ ਜਿਸ ਵੇਲੇ ਕਹਿੰਦੇ ਆ ਵੀ ਔਰਤਾਂ ਜਿਹੜੀਆਂ ਉਹਨਾਂ ਨੂੰ ਨਾ ਪੜ੍ਹਨ ਦਿੱਤਾ ਜਾਊਗਾ ਨਾ ਪੜ੍ਹਨ ਲਿਖਣ ਦੀ ਕੋਈ ਲੋੜ ਨਹੀਂ, ਉਹਨਾਂ ਦਾ ਕੰਮ ਹੈ ਘਰ ਦੇ ਅੰਦਰ ਰਹਿਣਾ ਨਿਆਣੇ ਜਪਣੇ ਤੇ ਉਹਨਾਂ ਨੂੰ ਪੜ੍ਹਨਾ। ਇਹ ਸਮਾਜ ਨੂੰ ਕਿੱਧਰ ਨੂੰ ਲਿਜਾਣਾ ਚਾਹੁੰਦੇ ਇਹਦੇ ਮਦਈ ਹੈ ਇਹ ਲੋਕ ਤੇ ਜਿਨ੍ਹਾਂ ਨੇ ਮਤਲਬ ਆਪਣੇ ਉਹ ਕਿ ਸਾਰੇ ਖੜੇ ਕੀਤੇ ਆ ਜਿਹੜੇ ਅੱਜ ਸਰਕਾਰ ਚਲਾ ਰਹੇ। ਸੋ ਕਿਉਂ ਜ਼ੁਲਮ ਸਦਨ ਦੀ ਹੱਦ ਹੋ ਗਈ। ਏਡੇ ਵੱਡੇ ਝੂਠ ਤੁਸੀਂ ਇੱਕ ਧਰਮ ਦੇ ਨਾਂ ਤੇ ਬੋਲ ਰਹੇ ਹੋ। ਸੋਚਣ ਵਾਲੀ ਗੱਲ ਹੈ ਕਿ ਜਿਸ ਵੇਲੇ ਆਵਾਜ਼ ਨਹੀਂ ਠੀਕ ਹੈ। ਨਹੀਂ ਠੀਕ ਹੈ ਜੀ ਬਿਲਕੁਲ ਠੀਕ ਹੈ। ਹਾਂ ਚਲੋ ਇਸ ਕਰਕੇ ਜਿਹੜੀ ਆ ਬਿਆਨ ਦਿੱਤਾ ਗਿਆ ਇਹ ਚੀਜ਼ ਨੂੰ ਮੁੱਖ ਰੱਖ ਕੇ ਦਿੱਤਾ ਗਿਆ ਕਿ ਜਿੱਦਾਂ ਮਰਜ਼ੀ ਹੋਵੇ ਕਿਸੇ ਤਰੀਕੇ ਨਾਲ ਅਸੀਂ ਇੱਕ ਵਾਰੀ ਫਿਰ ਲੋਕਾਂ ਨੂੰ ਬੇਵਕੂਫ ਬਣਾ ਕੇ ਤੇ ਉਹਨਾਂ ਕੋਲੋਂ ਵੋਟਾਂ ਲੈ ਕੇ ਤੇ ਆਪਣਾ ਰਾਜ ਦੁਬਾਰਾ ਸਥਾਪਿਤ ਕਰ ਲਈਏ ਪਰ ਇਹ ਗੱਲ ਸੰਭਵ ਲੱਗ ਨਹੀਂ ਰਹੀ। ਹਾਂਜੀ ਠੀਕ ਹੈ ਜੀ ਭੱਟੀ ਸਾਹਿਬ। ਇਹ ਜਿਹੜੀਆਂ ਅਗਲੀਆਂ ਪ੍ਰਮੁੱਖ ਖਬਰਾਂ ਦੇ ਵਿੱਚ ਇੱਕ ਖਬਰ ਜੀ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਹੈਗੀ ਭੱਟੀ ਸਾਹਿਬ। ਪਾਰਲੀਮੈਂਟ ਦੇ ਮੂਹਰੇ ਧਰਨਾ ਜਿਹੜਾ ਮਾਰਨਾ ਕਿਸਾਨ ਸੰਘਰਸ਼ ਕਮੇਟੀ ਦਾ ਅਗਲਾ ਜਿਹੜਾ ਪੜਾਅ ਸੰਘਰਸ਼ ਦਾ ਉਹਦੇ ਵਿੱਚ ਕਿਸਾਨਾਂ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਉਹ ਤਿਆਰੀ ਕਿਹੋ ਜਿਹੀ ਹੈਗੀ ਆ, ਇਸ ਖਬਰ ਦੇ ਪਿੱਛੇ ਕੀ ਖਬਰ ਹੈ। ਇਹਦੇ ਨਾਲ ਜਿਹੜਾ ਹੈ ਤੋਮਰ ਸਾਹਿਬ ਘੜੀ ਕੁ ਪਿੱਛੋਂ ਕਹਿ ਦਿੰਦੇ ਆ ਜੀ ਕਿਸਾਨ ਸਾਡੇ ਨਾਲ ਗੱਲਬਾਤ ਕਰਨ ਲਈ ਆਉਣ, ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ। ਨਾਲ ਦੀ ਨਾਲ ਹੀ ਉਹ ਕਹਿ ਦਿੰਦੇ ਆ ਕਾਨੂੰਨ ਵਾਪਸ ਨਹੀਂ ਹੋਣੇ, ਹੋਰ ਜਿਹੜੀ ਅਗਲੀ ਕੋਈ ਗੱਲ ਹੈ ਉਹ ਲੈ ਆਓ, ਉਹ ਤੇ ਆਪਾਂ ਚਰਚਾ ਕਰ ਲੈਣਾ। ਸਰਕਾਰ ਚਰਚਾ ਕਰਨ ਲਈ ਤਿਆਰ ਹੈ। ਟਕੈਤ ਸਾਹਿਬ ਨੇ ਵੈਸੇ ਬੜਾ ਠੋਕਵਾਂ ਜਵਾਬ ਦਿੱਤਾ ਜੀ ਤੇ ਉਹਨਾਂ ਨੂੰ ਜ਼ੁਬਾਨਬੰਦੀ ਕਰਨ ਲਈ ਵੀ ਕਹਿ ਦਿੱਤਾ। ਪਰ ਪਾਰਲੀਮੈਂਟ ਦੇ ਮੂਹਰੇ ਜਿਹੜਾ ਧਰਨਾ ਦੇਣ ਜਾਣਾ, ਲਗਾਤਾਰ ਧਰਨਾ ਹੋਣਾ, ਉਹਦੀ ਵਿਉਂਤਬੰਦੀ ਜਿਹੜੀ ਆ ਉਹ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਿੱਦਾਂ ਬਣਾਈ ਗਈ ਹੈ। ਗੱਲ ਬੜੀ ਕਲੀਅਰ ਆ ਗਈ ਆ ਕਿ ਪ੍ਰੋਗਰਾਮ ਕੀ ਹੈ। ਆਪਾਂ ਕੱਲ ਵੀ ਗੱਲ ਕੀਤੀ ਸੀ ਨਾ। ਪ੍ਰੋਗਰਾਮ ਇਹ ਆ ਉਹਦੇ ਬਾਰੇ ਹੋਰ ਸਪਸ਼ਟੀਕਰਨ ਆ ਗਿਆ। ਪ੍ਰੋਗਰਾਮ ਇਹ ਆ ਕਿ ਜਿੰਨੀਆਂ ਵੀ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਹੈ 34 ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਡਿਊਟੀ ਲਾਈ ਗਈ ਆ ਕਿ ਤੁਸੀਂ ਮਤਲਬ ਸਾਰੀਆਂ ਜਥੇਬੰਦੀਆਂ ਨੇ ਤੇ ਗਿਣਤੀ ਉਹਨਾਂ ਕਿੰਨੀ ਦੱਸੀ ਹੈ ਪੰਜ ਬੰਦੇ ਉਹਨੇ ਕਿਹਾ ਜੀ ਤੁਹਾਡੇ ਜਾਣਗੇ। ਪੰਜ ਬੰਦੇ ਜਾਣਗੇ ਜਿਨ੍ਹਾਂ ਦਾ ਕੰਟਰੋਲ ਤੁਹਾਡੇ ਕੋਲ ਹੋਊਗਾ। ਜ਼ਿੰਮੇਵਾਰੀ ਲਗਭਗ 200 ਬੰਦਾ ਬਣਦਾ ਤੇ ਉਹ ਰੋਜ਼ ਜਾਣਗੇ, ਪ੍ਰੋਟੈਸਟ ਕਰਨਗੇ। ਪ੍ਰੋਟੈਸਟ ਕਰਕੇ ਮਤਲਬ ਉਹ ਅਗਲੇ ਦਿਨ ਫਿਰ ਜਾਣਗੇ ਤੇ ਬੱਸਾਂ ਵਿੱਚ ਚੜ ਕੇ ਜਾਣਗੇ। ਉਹ ਕੋਈ
ਬਾतें ਕਰਨਗੇ ਬਾਹਰ ਬੈਠੇ ਵੀ ਤੁਸੀਂ ਅੰਦਰ ਵਿਰੋਧ ਕਿਉਂ ਨਹੀਂ ਕੀਤਾ? ਸਭ ਹੰਗਾਮਾ ਵੀ ਹੋਣਾ, ਵਿਰੋਧ ਵੀ ਹੋਣਾ, ਸਭ ਕੁਝ ਹੀ ਹੋਣਾ। ਪਰ ਕਿਸਾਨਾਂ ਦੀ ਇਹ ਸੋਚ ਆ ਕਿ ਜਿਹੜੇ ਸਾਡੀ ਹਮਾਇਤ ਦੇ ਵਿੱਚ ਲਿਖ ਲਿਖ ਕੇ ਮਤੇ ਪਾਉਂਦੇ ਆ ਪਾਰਟੀਆਂ ਸਾਰੀਆਂ ਵੀ ਅਸੀਂ ਤੁਹਾਡੇ ਨਾਲ ਆ, ਤੁਸੀਂ ਜਿੱਥੇ ਨਾਲ ਬਹਿ ਕੇ ਉਹਨਾਂ ਦੇ ਸਾਹਮਣੇ ਬਹਿ ਕੇ ਵਿਰੋਧ ਕਰਨਾ ਉੱਥੇ ਤਾਂ ਕਰੋ। ਬਿਲਕੁਲ। ਸੋ ਇਹ ਤਾਂ ਇਹ ਚੱਲੇਗੀ ਮੂਵਮੈਂਟ, ਇਹਨੂੰ ਸਹਿਣ ਕਰਦੇ ਆ ਨਹੀਂ ਕਰਦੇ, ਕਿੰਨੇ ਕੁ ਨੂੰ ਜਾਣ ਦਿੰਦੇ ਕਿੰਨੇ ਕੁ ਨੂੰ ਨਹੀਂ। ਮਸਲਾ ਇਹ ਨਹੀਂ ਹੈ, ਮਸਲਾ ਇਹ ਆ ਕਿ ਕਿਸਾਨਾਂ ਦੀ ਜਿੰਨੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ, ਜੋ ਉਹਨਾਂ ਤੇ ਜ਼ੁਲਮ ਸਿਤਮ ਹੋਇਆ ਉਹਨੂੰ ਹਾਈਲਾਈਟ ਕਰਨਾ, ਉਹਨੂੰ ਸਾਰੀ ਦੇ ਸਾਹਮਣੇ ਲੈ ਕੇ ਆਉਣਾ ਔਰ ਇਹ ਸਾਬਤ ਕਰਨਾ ਕਿ ਅਸੀਂ ਨਾ ਹਾਰੇ ਆ ਨਾ ਹੱਸੇ ਆ। ਫਿਰ ਜਿਹੜਾ ਤੋਮਰ ਖੇਤੀਬਾੜੀ ਮੰਤਰੀ ਨੇ ਵਾਰ-ਵਾਰ ਇਹ ਬਿਆਨ ਜਿਹੜਾ ਵੀਰ ਜਿਹਦਾ ਰਾਤ ਕੋਈ ਨਹੀਂ, ਇੱਕ ਵਾਰ ਗੱਲ ਕਲੀਅਰ ਹੋ ਚੁੱਕੀ ਆ। ਇਹ ਕਿਸੇ ਕਮਰੇ ਦੇ ਕੰਨ 'ਚ ਵੀ 2-4 ਵਾਰੀ 10 ਵਾਰੀ ਪਾ ਦਿਓ ਕਿ ਆਹ ਅਸਲ ਮੁੱਦਾ ਹੈ ਤਾਂ ਉਹਨੂੰ ਵੀ ਸਮਝ ਆ ਜਾਂਦੀ। ਪਰ ਜਾਂ ਤਾਂ ਇਹ ਲੋਕਾਂ ਨੂੰ ਬੇਵਕੂਫ ਸਮਝਿਆ ਜਾਂ ਆਪ ਹੀ ਇਸ ਦਸ਼ਾ ਦੇ ਵਿੱਚ ਹੈ ਕਿ ਇਹਨਾਂ ਨੂੰ ਸੁਰਤ ਨਹੀਂ ਰਹੀ ਕਿ ਅਸੀਂ ਕਰ ਕੀ ਰਹੇ। ਪਰ ਕੇਸ ਕੈਟ ਨੇ ਬੜੀ ਕਲੀਅਰ ਗੱਲ ਕੀਤੀ ਆ ਕਿ ਜੇ ਕਾਨੂੰਨ ਕਰਨੇ ਰੱਦ ਇੱਕ ਗੱਲ ਤਾਂ ਕਲੀਅਰ ਗੱਲ ਕਰੋ, ਜੇ ਨਹੀਂ ਕਰਨੇ ਤਦ ਵੀ ਕੋਈ ਗੱਲ ਨਹੀਂ, ਬਿਨਾਂ ਸ਼ਰਤ ਤੋਂ ਗੱਲ ਕਰਨੀ ਆ ਜਾਓ ਕਰਦੇ, ਸ਼ਰਤ ਕੋਈ ਨਹੀਂ। ਜਿਹੜਾ ਤੁਸੀਂ ਸਾਰੀ ਗੱਲ ਕਰਕੇ ਅਸੀਂ ਬੜੇ ਸਿਹਤ ਆ, ਅਸੀਂ ਐ ਕਰਦੇ ਆ, ਅਸੀਂ ਉਹ ਕਰਨ ਲੱਗੇ ਆ, ਬਾਅਦ ਚ ਕਹਿ ਦੇਣਾ ਹੌਲੀ ਦੇਣੀ। ਤੇ ਦੇਖੋ ਜੀ ਕਾਨੂੰਨਾਂ ਤੇ ਗੱਲ ਨਾ ਕਰਿਓ, ਕਰੰਟ ਬੰਦੇ ਉਹਨਾਂ ਨੂੰ ਗੱਲ ਕਰਦੇ ਦੱਸੋ ਨਾ। ਹੋਰ ਕਿਸਾਨਾਂ ਨੇ ਕੀ ਗੱਲ ਕਰਨੀ ਹੈ? ਨਹੀਂ, ਸੋਚਣ ਵਾਲੀ ਗੱਲ ਹੈ ਕਿ ਮੁੱਦਾ ਜਿਹੜੇ ਦੇ ਉੱਤੇ ਇੰਨੀ ਲੰਬੀ ਸਟਰਗਲ ਚੱਲ ਰਹੀ ਹੈ, ਤੁਸੀਂ ਹੈਰਾਨੀ ਦੀ ਗੱਲ ਹੈ ਕਿ ਉਹਨੂੰ ਦੇਖ ਕੇ ਸੁਣ ਕੇ ਸਮਝ ਕੇ ਮੰਨ ਕੇ ਸਭ ਕੁਝ ਵੀ ਇਹ ਗਲਤ ਹੋਇਆ। ਇਹ ਕਾਨੂੰਨ ਗੈਰ ਕਾਨੂੰਨੀ ਬਣੇ ਆ, ਗੈਰ ਕਾਨੂੰਨੀ ਢੰਗ ਦੇ ਨਾਲ ਰਾਜ ਸਭਾ ਚ ਇਹਨਾਂ ਨੇ ਹੁਲੜਬਾਜ਼ੀ ਕਰਕੇ ਉਹਨਾਂ ਨੂੰ ਧੋਖੇ ਨਾਲ ਪਾਸ ਕਰਵਾਇਆ। ਹੋ ਜਾ ਸਾਡਾ ਨਿਜ਼ਾਮ ਤੇ ਹੋ ਜਾ ਰਾਸ਼ਟਰਪਤੀ ਉੱਪਰ ਬੈਠਾ ਨਹੀਂ ਤਾਂ ਉਸੇ ਵੇਲੇ ਰੱਦ ਕਰਦਾ ਸਭ ਕੁਝ। MP ਸਿੰਘ ਜਿਹੜਾ ਸਪੀਕਰ ਹੈ ਨਾ, ਉਹਨੂੰ ਵੀ ਸਾਰੀ ਉਮਰ ਚ ਪਾਬੰਦੀ ਉਹਦੀ ਪਾਲਣ ਹੋਣੀ ਹੈ ਔਰ ਸਾਰੀ ਉਮਰ ਚ ਜਿੰਨਾ ਚਿਰ ਉਹ ਜਿੰਦਾ ਰਹੂਗਾ ਉਹਨੂੰ ਇਸ ਗੱਲ ਦਾ ਜਵਾਬ ਉਹਦੇ ਕੰਨਾਂ 'ਚ ਵੱਜਦਾ ਰਹੂਗਾ ਕਿ ਤੂੰ ਰੋਡ ਕੀ ਕੀਤਾ ਉੱਥੇ। ਰਾਜ ਸਭਾ ਦਾ ਕਾਨੂੰਨ ਇਹ ਆ ਕਿ ਜੇ ਇੱਕ ਵੀ ਮੈਂਬਰ ਖੜਾ ਹੋ ਜਾਏ ਕਿ ਵਰਗ ਦੀ ਵੋਟਿੰਗ ਨਾਲ ਪਾਸ ਦੇ ਮੈਂ ਵਿਰੋਧ ਹੈ, ਵੋਟਾਂ ਪਾਓ, ਇਹਨਾਂ ਨੂੰ ਗੋਲੀਆਂ ਪੈਂਦੀਆਂ। ਇਹਦਾ ਮਿਨੋਰਟੀ ਸੀ। ਇਹਨਾਂ ਨੇ ਹੂ ਕਰਕੇ ਗਾੜੀ ਮੈਂ ਕਹਿੰਦਾ ਕਿ ਆਮ ਸਧਾਰਨ ਪਿੰਡ 'ਚ ਕੋਈ ਪੰਚਾਇਤ ਲੱਗੀ ਉੱਥੇ ਵੀ ਨਹੀਂ ਕੋਈ ਤਾਂ ਹੂ ਆ ਕਰਕੇ ਪਾਸ ਕਰਾਉਂਦਾ ਜੋ ਇਹਨਾਂ ਨੇ ਕੀਤਾ। ਪਰ ਇੱਥੇ ਤਾਂ ਪਰੰਪਰਾ ਬਣ ਗਈ ਕਿ ਤਾਂ ਹੋ ਵਾਲਾ ਕਰੋ, ਗੁੰਡਾਗਰਦੀ ਕਰੋ, ਸਭ ਕੁਝ ਕਰ ਲਓ, ਇਹ ਕੋਈ ਰਾਜ ਥੋੜੀ ਹੈ। ਇਸ ਕਰਕੇ ਉਹਨਾਂ ਨੇ ਕਲੀਅਰ ਕੀਤੀ ਆ ਵੀ ਬਿਨਾਂ ਸ਼ਰਤ ਅਸੀਂ ਗੱਲ ਕਰਨ ਲਈ ਤਿਆਰ ਆ। ਜੇ ਤੁਸੀਂ ਸ਼ਰਤਾਂ ਲਾਉਣੀਆਂ ਆ ਤਾਂ ਵਕਤ ਬੋਲੋ, ਮੂੰਹ ਬੰਦ ਰੱਖੋ। ਠੀਕ ਹੈ ਪਟੇ ਸਾਹਿਬ, ਇਹਦੇ ਦੌਰਾਨ ਹੀ ਇੱਕ ਹੋਰ ਖਬਰ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਆ। ਅਮਰੀਕਾ ਤੇ ਕੈਨੇਡਾ ਦੇ ਬਹੁਤ ਸਾਰੇ ਲੋਕਾਂ ਨੇ ਜਿਹਨਾਂ ਦਾ ਮਤਲਬ ਭਾਰਤੀ ਮੂਲ ਦੇ ਲੋਕ ਹੈ, ਉਹਨਾਂ ਨੇ ਇੱਕ ਸਲਾਹ ਦਿੱਤੀ ਆ ਕਿਸਾਨਾਂ ਨੂੰ ਕਿ ਕਿਸਾਨ ਜਿਹੜੇ ਆਪਦੀ ਪਾਰਟੀ ਬਣਾ ਲੈਣ, ਇਲੈਕਸ਼ਨ ਸਿਰ ਤੇ ਹੈਗੀ ਆ, ਇਲੈਕਸ਼ਨ ਲੜਨ ਜਿੱਤਣ, ਅਸੀਂ ਪੂਰੀ ਮਦਦ ਕਰਾਂਗੇ, ਆਰਥਿਕ ਤੌਰ ਤੇ ਵੀ ਉਂਝ ਵੀ ਹੱਲਾਸ਼ੇਰੀ ਦਿਆਂਗੇ, ਵੋਟਾਂ ਵੀ ਪਾਵਾਂਗੇ, ਜਿੱਦਾਂ ਮਰਜ਼ੀ ਸਰਕਾਰ ਬਣਾਓ। ਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਇਹਦਾ ਪ੍ਰਤੀਕਰਮ ਦਿੱਤਾ। ਡਾਕਟਰ ਦਰਸ਼ਨਪਾਲ ਵੀ ਬੋਲੇ ਆ, ਰਾਜੇਵਾਲ ਸਾਹਿਬ ਨੇ ਵੀ ਇਹਦੇ ਤੇ ਆਪਣੀ ਟਿੱਪਣੀ ਦਿੱਤੀ ਹੈ, ਚਲੂਨੀ ਸਾਹਿਬ ਵੀ ਬੋਲੇ ਹੈਗੇ। ਕੀ ਹੈ ਜੀ ਸਾਰਾ ਮਸਲਾ? ਗੱਲ ਕਾਫੀ ਦੇਰ ਤੋਂ ਇੱਕ ਰੂਮਰ ਜੀ ਉੱਡੀ ਜਾਂਦੀ ਸੀ ਹੌਲੀ ਹੌਲੀ, ਉਹ ਹੁਣ ਆਸਤੇ ਆਸਤੇ ਇੱਥੋਂ ਦਾ ਜਿਹੜਾ ਮੀਡੀਆ ਸਾਡੇ ਕੈਨੇਡਾ ਦਾ ਉਹਦੇ ਵਿੱਚ ਵੀ ਆਈ ਹੈ। ਔਰ ਗੱਲ ਕੀ ਹੈ? ਗੱਲ ਇਹ ਹੈ ਕਿ ਉਹ ਵੀ ਇਸ ਗੱਲ ਤੋਂ ਸਮਝ ਚੁੱਕੇ ਆ ਵੀ ਜਿਹਨਾਂ ਗਧੇ ਅੱਗੇ ਬੀਨ ਵਜਾਉਣ ਦਾ ਕੋਈ ਮਹਿਣਾ ਤਾਂ ਹੈ ਨਹੀਂ, ਵੀ ਜਿਹਨਾਂ ਨੂੰ ਤੁਸੀਂ ਕਹਿ ਚੁੱਕੇ ਵੀ ਇਹ ਗੱਲ ਹੀ ਨਹੀਂ ਸਮਝਦੇ ਨਾ ਸੁਣ ਦਿੰਦੇ ਤਾਂ ਤੁਸੀਂ ਇਹ ਜਪ ਖਾਨੇ ਨੂੰ ਕਦੋਂ ਕਰੋ। ਮਤਲਬ ਉਹਨਾਂ ਦਾ ਕਹਿਣਾ
ਹੈ ਉਹ ਇਲੈਕਸ਼ਨ ਦੇ ਵਿੱਚ ਲੜ ਕੇ ਇਹਨਾਂ ਨੂੰ ਹਰਾਉਣ। ਹਾਂਜੀ। ਔਰ ਸਾਡੀ ਪੂਰੀ ਹਮਾਇਤ ਹੋਊਗੀ। ਦੂਸਰੀ ਗੱਲ, ਜੇ ਤੁਸੀਂ ਕਹੋ ਵੀ ਰਾਜੇ ਐਲਾਨ ਕਰਦੇ ਜਾਂ ਰਾਣਾ ਕਰਦੇ ਜਾਂ ਦਰਸ਼ਨਪਾਲ ਕਰਦੇ ਲਵੇ ਮੈਂ ਬੋਲੂੰਗਾ ਮੁੱਖ ਮੰਤਰੀ ਲੋਕੋ ਤਾਂ ਆਜੋ ਆਪਾਂ ਕਰੀਏ ਕੰਮ, ਤੇ ਇਹਦਾ ਮਤਲਬ ਉਹਦਾ ਕੀ ਹੈ ਕਿ ਸਾਰਾ ਅੰਦੋਲਨ ਹੀ ਠੱਪ, ਮੂਲ ਮੁੱਦਾ ਹੀ ਖਤਮ। ਹਾਂਜੀ। ਫਿਰ ਇੱਥੇ ਸਮਝਣਾ ਕਿ ਇੱਕ ਹੋਰ ਬਹੁਤ ਅਜੀਬ ਕਹਾਣੀ ਆ ਕਿ ਇਹ ਇੱਕ ਸਿਸਟਮ ਹੈ, ਇੱਕ ਪਿੰਜਰਾ ਆ, ਇਹਦੇ ਵਿੱਚ ਵੜ ਕੇ ਜਿਹੜਾ ਮਰਜ਼ੀ ਸ਼ੇਰ ਪਾਲਦੇ ਵਿੱਚ ਉਹ ਪਿੰਜਰੇ ਦੀਆਂ ਹੱਦਾਂ ਨਹੀਂ ਛੱਪ ਸਕਦਾ। ਉਹ ਇਹ ਗੱਲ ਹੈ ਕਿ ਸੂਝ ਸਿਆਣਪ। ਬਿਲਕੁਲ ਇਹ ਗੱਲ ਇੰਨੀ ਸੁਧਾਰਨ ਨਹੀਂ ਹੈ ਕਿ ਜਿਹਦਾ ਰਾਜ ਆ ਗਿਆ ਉਹ ਮਤਲਬ ਕੰਸਟੀਟਿਊਸ਼ਨ ਦੇ ਵਿੱਚ ਇਹੋ ਜਿਹੀਆਂ ਅਮੈਂਡਮੈਂਟਸ ਕੀਤੀਆਂ ਗਈਆਂ, ਇਹੋ ਜਿਹਾ ਕੁਛ ਉਹਨੂੰ ਬਣਾ ਦਿੱਤਾ ਗਿਆ ਆ ਕਿ ਉਹ ਪਾਵਰ 'ਚ ਰਹਿੰਦੇ ਹੋਇਆ ਵੀ ਇਹ ਸਮਰੱਥ ਨਹੀਂ ਹੁੰਦੇ। ਸੋ ਇਹ ਦੱਸਣ ਖੈਰ ਬਾਅਦ ਦੀ ਗੱਲ ਹੈ, ਪਰ ਹਾਲ ਦੀ ਘੜੀ ਇਹ ਆ ਕਿ ਸਾਰਿਆਂ ਦਾ ਇੱਕ ਤਰ੍ਹਾਂ ਦਾ ਟੈਕਸ ਕਰਨਾ ਪੈਂਦਾ ਕਿ ਉਹਨਾਂ ਦੀਆਂ ਭਾਵਨਾਵਾਂ ਸਹੀ ਹੈ, ਉਹ ਪੂਰੀ ਤਰ੍ਹਾਂ ਨਾਲ ਹੈ। ਨਹੀਂ ਤਾਂ ਇਸ ਸਮੇਂ ਦੇ ਵਿੱਚ ਜਿੱਥੇ ਕਰੋੜਾਂ ਰੁਪਈਏ ਲੈ ਕੇ ਗੁਰਬਤ ਤੇ ਥੈਲੀਆਂ 'ਚ ਪਾ ਕੇ ਜਿਹੜੇ ਇਲੈਕਸ਼ਨਾਂ ਲੜਦੇ ਉਹਦੀ ਤਿਆਰੀ ਕਰਦੇ, ਤਾਂ ਬਾਹਰ ਬੈਠੇ ਕਹਿੰਦੇ ਵੀ ਅਸੀਂ ਕਰ ਲਾਂਗੇ ਸਭ ਕੁਛ ਹੀ, ਕਿ ਕੁਝ ਚਾਹੁੰਦੇ ਆ ਵੀ ਏਦਾਂ ਦੀ ਸਰਕਾਰ ਬਣੇ। ਉਹ ਬਣੂਗੀ ਵੀ ਟਾਈਮ ਆਊਗਾ ਉਹਦੇ ਇਹਦੇ ਵਿੱਚ ਉਹ ਸਮਾਂ, ਕਿਉਂਕਿ ਜੇ ਕੋਈ ਕਵੇ ਨਾ ਕਿ ਮੈਂ ਵੀ ਸੋਚਦਾ ਪੁੱਤ ਜੰਮੜਿਆ ਤੇ ਤੇਰੀ ਮਰਜ਼ੀ ਨਾਲ ਦੋਨੋਂ ਮਹੀਨਿਆਂ ਬਾਅਦ ਜੰਮੀਆਂ, ਏਦਾਂ ਨਹੀਂ ਹੁੰਦਾ। ਇਹ ਤੇ ਇੱਕ ਕੁਦਰਤ ਦਾ ਵੀ ਨਿਯਮ ਹੈ ਤੇ ਇਹ ਸਿਸਟਮ ਦਾ ਵੀ ਨਿਯਮ ਹੁੰਦਾ ਕਿ ਕਿੱਦਾਂ ਬਦਲਦੇ ਹੋ। ਉਹਦੇ ਲਈ ਬੜੀ ਮਤਲਬ ਗੰਭੀਰ ਵਿਚਾਰਾਂ ਹੋ ਰਹੀਆਂ ਇਹਦੇ ਲਈ। ਕਿਸਾਨ ਇਹ ਤਾਂ ਨਹੀਂ ਹੈ ਕਿ ਕਿਸਾਨ ਆਗੂ ਨਹੀਂ ਚਾਹੁੰਦੇ ਵੀ ਇਹ ਸਾਰਾ ਕੁਝ ਉਲਟ ਜਿਹਾ ਚਾਹੁੰਦੇ, ਉਹ ਤਾਂ ਕਹਿੰਦੇ ਪਰ ਇਹਦੇ ਲਈ ਸੰਘਰਸ਼ ਲੜਿਆ ਜਾਊਗਾ, ਲੰਬਾ ਸੰਘਰਸ਼ ਹੋਊਗਾ। ਜਿਸ ਦਿਨ ਲੋਕ ਸੂਝਵਾਨ ਹੋ ਗਏ ਐਮਪੀ ਸਾਹਿਬ ਉਦੋਂ ਵੋਟਾਂ ਨਿਕਲਣਗੀਆਂ ਥੋੜੀ, ਇਹ ਲੋਕ ਸਮਝਣਗੇ। ਔਰ ਇਹਦਾ ਇੱਕ ਆਲਟਰਨੇਟਿਵ ਪੈਟਰਨ ਅੱਜ ਵੀ ਹੈਗਾ, ਉਹ ਆਪਾਂ ਮੇਰਾ ਖਿਆਲ ਹੈ ਕਿਸੇ ਦਿਨ ਕਰੀਏ ਡਿਸਕਸ ਵੀ ਜੇ ਕਿਸਾਨ ਆਗੂ ਸੰਘਰਸ਼ ਦੇ ਮੈਦਾਨ ਦੇ ਵਿੱਚ ਡਟੇ ਤੇ ਡਟੇ ਹੀ ਰਹਿਣ ਤਾਂ ਜਿਹੜੇ ਹੋਰ ਸੂਝਵਾਨ ਲੋਕ ਪਿੰਡਾਂ 'ਚ ਵੱਸਦੇ ਆ, ਕਿਉਂਕਿ ਸਾਰੇ ਤਾਂ ਵੋਟਰਾਂ ਤੇ ਨਹੀਂ ਪੈ ਗਏ ਨਾ, ਉਹਨਾਂ ਲਈ ਤਾਂ ਮੁਸੀਬਤ ਆਉਣੀ ਹੈ ਨਾ। ਜਿਸ ਵੇਲੇ ਇਹ ਵੋਟਾਂ ਦੇ ਮੰਗਣ ਜਾਣਗੇ ਤਾਂ ਉਹ ਕੀ ਕਰਨ, ਕੀ ਰੋਲ ਅਦਾ ਕਰਨ, ਕੀ ਇਹਨਾਂ ਨੂੰ ਵੋਟਾਂ ਪਾ ਦੇਣ ਜਾਂ ਦੂਸਰੇ ਜੇ ਨਹੀਂ ਪਾਉਣਗੇ ਤਾਂ ਆਲਟਰਨੇਟਿਵ ਕੀ ਤੇ ਦਿੱਤਾ ਜਾ ਸਕਦਾ, ਦਿੱਤਾ ਜਾ ਸਕਦਾ, ਇਹੋ ਜਿਹੀ ਕੋਈ ਗੱਲ ਨਹੀਂ। ਉਹਦੇ ਲਈ ਬੜੀ ਮਤਲਬ ਉਹਦੇ ਔਖਾ ਵੀ ਨਹੀਂ ਹੈ। ਸੂਝ ਸਿਆਣਪ ਦੀ ਤੇ ਬੰਦੇ ਦੀ ਲੋੜ ਹੈ। ਬਿਨਾਂ ਪੈਸਿਆਂ ਤੋਂ ਵੀ ਲੜ ਕੇ ਉਦਾਹਰਨਾਂ ਪੇਸ਼ ਕੀਤੀਆਂ ਜਾ ਸਕਦੀਆਂ। ਤੁਸੀਂ ਮੈਨੂੰ ਦੱਸੋ ਕਿ ਜੇ ਪੰਜਾਬ ਇਲੈਕਸ਼ਨਾਂ ਦੀ ਗੱਲ ਹੀ ਕਰੀਏ, ਇਲੈਕਸ਼ਨਾਂ ਜਿਹੜੀਆਂ ਪੰਜਾਬ ਦੀਆਂ ਤਾਂ ਬਹੁਤ ਕਹਿ ਲਓ ਵੀ ਜਿੱਦਾਂ ਵਿਆਹ ਤੋਂ ਪਹਿਲਾਂ ਹਲਵਾਈ ਭਾਲੀ ਦਾ, ਸਾਫ਼ ਸਫਾਈ ਕਰੀ ਦੀ ਆ, ਝਾੜੂ ਪੋਚਾ ਚੰਗੀ ਤਰ੍ਹਾਂ ਲਾਈ ਦਾ, ਉਹ ਮੌਕਾ ਆਇਆ ਹੋਇਆ ਵਾ। ਪਰ ਕਾਂਗਰਸ ਦਾ ਅੰਦਰੂਨੀ ਕਲੇਸ਼ ਜਿਹੜਾ ਹੈਗਾ ਉਹ ਦਿਨੋਂ ਦਿਨ ਵੱਧਦਾ ਜਾਂਦਾ। ਉਦਾਂ ਪਤਾ ਨਹੀਂ ਕਿਹੜੀ ਹਾਈ ਕਮਾਂਡ ਹੈ, ਉਹ ਕੋਸ਼ਿਸ਼ ਤਾਂ ਲੱਗੀ ਹੋਈ ਹੈ ਕਰਨ ਕਿ ਕਿਸੇ ਤਰੀਕੇ ਨਾਲ ਇਹ ਵਿਆਹ ਵਾਲੇ ਦਿਨ ਤੋਂ ਪਹਿਲਾਂ ਰਾਜੀਨਾਮਾ ਜਾਂ ਹੋ ਜਾਏ। ਹੁੰਦਾ ਕਿ ਨਹੀਂ ਹੁੰਦਾ ਪਤਾ ਨਹੀਂ ਜੀ, ਪਰ ਕੈਪਟਨ ਸਾਹਿਬ ਦਿੱਲੀ ਪਹੁੰਚ ਗਏ। ਕੀ ਲੱਗਦਾ ਜੀ ਉਹਨਾਂ ਦੀ ਹਾਈ ਕਮਾਂਡ ਨਾਲ ਮੀਟਿੰਗ ਹੋਊਗੀ ਤੇ ਕੀ ਬਣੂਗਾ? ਪਰ ਨਾਲ ਦੀ ਨਾਲ ਜਿਹੜੀਆਂ ਦੂਜੇ ਪਾਸੋਂ ਕਨਸੋਆਂ ਵਾ ਜਾਂ ਖਬਰਾਂ ਵਾ ਉਹ ਉਸੇ ਤਰੀਕੇ ਨਾਲ ਹੀ ਆਉਂਦੀਆਂ ਗਰਮਾ ਗਰਮ। ਸਿੱਧੂ ਤੇ ਪ੍ਰਗਟ ਸਿੰਘ ਜਿਹੜੇ ਆ ਉਹ ਹਮਲਾਵਰ ਰੁਖ ਅਪਣਾ ਕੇ ਬੈਠੇ। ਕੀ ਸੰਭਾਵਨਾ ਜੀ ਮੀਟਿੰਗ ਦੀਆਂ ਜਿਹੜੀਆਂ ਹਾਈ ਕਮਾਂਡ ਨਾਲ ਮੀਟਿੰਗ ਹੋ ਰਹੀ ਹੈ ਤੇ ਸਿੱਧੂ ਤੇ ਪ੍ਰਗਟ ਸਿੰਘ ਨੂੰ ਕਿਵੇਂ ਹਾਈ ਕਮਾਂਡ ਚੁੱਪ ਕਰਾ ਜੂਗੀ, ਤਸੱਲੀ ਕਰਵਾ ਦੂਗੀ, ਪਲੋਸ ਲਊਗੀ, ਵੜਿਆ ਲਊਗੀ ਜਾਂ ਕੁਛ ਦੇ ਦਊਗੀ? ਕੀ ਹੋਊਗਾ ਜੀ? ਇਹ ਦੱਸਦੇ ਆ ਵੀ ਵਿਆਹ ਦੇ ਉੱਤੇ ਤਾਂ ਹਲਵਾਈ ਬਿਠਾਏ ਜਾਂਦੇ ਆ, ਵਿਆਹ ਦੇ ਵਿੱਚ ਮਾਸਟਰ ਤੇ ਫੁੱਫੜ ਲੜਦੇ ਵੀ ਜ਼ਰੂਰ ਹੁੰਦੇ ਆ। ਬਿਲਕੁਲ ਸ਼ਰਾਬਾਂ ਪੀ ਕੇ ਕਈ ਵਾਰੀ ਮੂੰਹ ਟਿੱਕੇ ਹੁੰਦੇ ਆ, ਪਰ ਕਦੀ ਕਿਸੇ ਨੇ ਇਹ ਨਹੀਂ ਸੁਣਿਆ ਕਿ ਵਿਆਹ ਤਾਂ 10 ਮਹੀਨੇ ਪਹਿਲਾਂ ਹੀ ਮਤਲਬ ਇੱਕ ਦੂਸਰੇ ਵਾਲੇ ਡਾਲਾਂ ਕੱਢੀ ਫਿਰ। ਬਿਲਕੁਲ ਤੇ ਹਲਵਾਈ ਜਿਹੜੇ ਹੈਗੇ ਉਹ ਸੋਚ ਰਹੇ ਵੀ ਅਸੀਂ ਕਦੋਂ ਜਲੇਬੀਆਂ ਕੱਢਣੀਆਂ, ਉਹ ਤਾਂ ਜੇ ਸਮਾਂ ਬੜਾ ਰਹਿੰਦਾ ਤਾਂ ਹੁਣ ਸੁਣਦਾ ਨੂੰ ਗੱਲ ਹੀ ਰੱਖ ਲਿਆ ਸੀ। ਮੈਂ ਪਹਿਲਾਂ ਸਾਡੇ ਪਿੰਡ ਦੇ ਦੇਖੋ, ਬਾਅਦ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਕਿਹੋ ਜਿਹੇ ਲੱਡੂ ਵੰਡਣੇ ਆ ਤੇ ਕਿਹੋ ਜਿਹੀਆਂ ਜਲੇਬੀਆਂ ਖਾਣੀਆਂ ਸੀ। ਇਸ ਕਰਕੇ ਇਹ ਜਿਹੜਾ ਪੈਂਡੜੇਬਾਜ਼ੀ ਹੋ ਰਹੀ ਆ ਉਹ ਐਤਕੀ ਤਾਂ ਕਾਫੀ ਪਹਿਲਾਂ ਸ਼ੁਰੂ ਕਰਦੀ ਇਹਨਾਂ ਨੇ। ਇਲੈਕਸ਼ਨਾਂ ਤੇ ਹੋਰ ਵੀ ਸੂਬਿਆਂ 'ਚ ਹੋਈਆਂ, ਉਹ ਅਜੇ ਤੱਕ ਤੇ ਮਤਲਬ ਉਹਨਾਂ ਨੇ ਇਹਦੇ ਨੂੰ ਧਿਆਨ ਨਹੀਂ ਦਿੱਤਾ। ਤੇ ਪੰਜਾਬ ਦੇ ਜਿਹੜੇ ਯੋਧੇ ਆ ਉਹ ਪਹਿਲਾਂ ਜਿੱਤ ਰਹੇ ਦਾ ਸਾਰੀਆਂ ਪਾਰਟੀਆਂ ਬਾਬਾ ਪਾਣੀਆਂ ਦੀਆਂ ਵਿਚਾਰਾਂ ਦਾ ਸਾਹਮਣਾ ਕਰ ਰਹੇ, ਜੁੱਤੀਆਂ ਵੀ ਕਰ ਰਹੇ, ਇੱਕ ਦੂਜੇ ਨੂੰ ਮਾਰ ਵੀ ਰਹੇ ਆ, ਸਾਰਾ ਕੁਛ ਇਹ ਕੰਮ ਭਗਾਤਾ ਇਹਨਾਂ ਨੇ ਸ਼ੁਰੂ ਸੀ।
ਬਿਲਕੁਲ ਬਿਲਕੁਲ ਬਿਲਕੁਲ। ਸਰ ਬਾਕੀ ਦੀ ਗੱਲ ਹੈ ਕਿ ਜਿਹੜਾ ਅੱਜ ਦੀ ਗੱਲ ਹੈ, ਅੱਜ ਜਦੋਂ ਆਪਣੇ ਇੱਥੇ ਰਾਤ ਪੈਣੀ ਆ ਉਹਦੇ ਦਿਨ ਚੜ ਜਾਣਾ ਤੇ ਕੈਪਟਨ ਸਾਹਿਬ ਨੂੰ ਤੋਂ ਫਰਮਾਨ ਆਇਆ ਸੀ ਸੋਨੀਆ ਗਾਂਧੀ ਵੱਲੋਂ, ਕਾਂਗਰਸ ਦੀ ਪ੍ਰਧਾਨ ਵੱਲੋਂ ਵੀ ਤੁਸੀਂ ਇੱਥੇ ਆਓ ਤੇ ਆਪਾਂ ਇਹ ਸਮੱਸਿਆ ਦਾ ਹੱਲ ਕਰੀਏ। ਕਹਿੰਦਾ ਵੀ ਬਣਦਾ ਕਿਉਂਕਿ ਲੋਕ ਵੀ ਅੱਕ ਚੁੱਕੇ ਆ ਤੇ ਰੋਜ਼ ਹੀ ਇਹ ਗੱਲ ਹਾਈ ਕਮਾਂਡ ਦੱਸ ਰਹੀ, ਹਾਈ ਕਮਾਂਡ ਜਦੋਂ ਕੁਛ ਵੀ ਨਹੀਂ ਦੱਸਦੀ ਫਿਰ ਉਹ ਚੀਜ਼ ਕਰਨ ਦੇ ਸਵਾਲ ਕਰਕੇ ਦੇਖਦੇ ਵੀ ਕਿ ਯਾਰ ਕੁਛ ਹੈ ਵੀ ਹੈ ਕਿ ਐਵੇਂ ਰੌਲਾ ਹੀ ਪੈਂਦਾ, ਕੋਈ ਫਾਰਮੂਲਾ ਹੈਗਾ। ਜਦੋਂ ਕੋਈ ਕਹੀ ਜਾਵੇ ਨਾ ਕੋਈ ਫਿਕਰ ਨਾ ਕਰੋ, ਇਹ ਮਤਲਬ ਮੇਰੇ ਕੋਲ ਪਾਰ ਗਿਆ ਤਾਂ ਫਾਰਮੂਲਾ ਕੋ ਨਿਕਲੇ ਨਾ, ਉਹ ਫਾਰਮੂਲਾ ਤਾਂ ਹੋ ਸਕਦਾ ਨਾ ਬਣਾਏ ਹੋ ਐਮਪੀਜ਼ਮ, ਉਹ ਵੀ ਆਖਰ ਬੜੇ ਮਾਰ ਹੈ। ਸੋਨੀਆ ਵੀ ਕਾਫੀ ਮਤਲਬ ਉਹਦੀ ਉਮਰ ਲੰਘ ਗਈ ਆ, ਲਗਭਗ ਤੋਂ ਵੱਧ ਉਮਰ ਉਹਨੇ ਭਾਰਤ ਦੀ ਗੁਜ਼ਾਰੀ ਹੈ ਔਰ ਰਾਜਨੀਤੀ ਚਾਹੀ ਤੇ ਉਹਦੇ ਸਲਾਹਕਾਰ ਵੀ ਗੰਭੀਰ ਹੈਗੇ ਆ। ਸੋ ਉਹਨਾਂ ਨੇ ਕੋਈ ਨਾ ਕੋਈ ਫਾਰਮੂਲਾ ਤੇ ਕੱਢ ਹੀ ਲਿਆ। ਨੰਬਰ 2 ਇਹ ਤੁਹਾਨੂੰ ਮੈਂ ਦੱਸ ਦਿੰਦਾ ਵੀ ਚਾਹੇ ਜਿੰਨੀਆਂ ਮਰਜ਼ੀ ਪਹਿਲਾਂ ਫੈਸਲੇਬਾਜ਼ੀਆਂ ਕਰ ਲੈਣ, ਜਿੱਦਾਂ ਮਰਜ਼ੀ ਇੱਕ ਦੂਜੇ ਦੇ ਵਿਰੁੱਧ ਜਾਣਾ ਚੁੱਕੀ ਕਰਨ, ਹੀਰ ਕਮਾਨ ਚਲਾਈ ਜਾਣ, ਪਰ ਹੀਰ ਵਿੱਚ ਫੈਸਲਾ ਇਹਨਾਂ ਦਾ ਹੋ ਜਾਣਾ। ਕੋਈ ਇਹ ਚ ਰੌਲਾ ਨਹੀਂ। ਕਾਰਨ ਹੈ ਉਹਦੇ ਕਾਰਨ ਇਹ ਆ ਵੀ ਦੂਏ ਪਾਸੇ ਆਲੇ ਦੁਆਲੇ ਰਾਹ ਕੋਈ ਨਹੀਂ ਜਾਣਾ ਕਿੱਧਰ ਨੂੰ। ਇਸ ਕਰਕੇ ਮੇਰਾ ਖਿਆਲ ਹੈ ਟੋਸ ਪਲਸ ਲੈ ਜਾਣਗੇ, ਪਰ ਥੋੜੀ ਜਿਹੀ ਕਹਾਣੀ ਟੇਢੀ ਏਦਾਂ ਹੋ ਗਈ ਕਿ ਜਿਹੜੇ ਨਵੇਂ ਯੋਧੇ ਆ ਉਹ ਮਤਲਬ ਉਹਨਾਂ ਨੂੰ ਕਾਬੂ 'ਚ ਰੱਖਣਾ ਬੜਾ ਔਖਾ। ਜੇ ਉਹ ਛੇਲ ਪੰਜਾਬੀ ਚ ਕਹਾਂ ਤੇ ਐਸ ਬੈਠ ਕੇ 40 ਚੀਜ਼ਾਂ ਦਿੰਦੇ ਆ, ਉਹਦੇ ਲਈ ਮਾਰ ਬੰਦੇ ਸੱਦੇ ਜਾਂਦੇ ਆ, ਨਹੀਂ ਤਾਂ ਤੋੜ ਤਾੜ ਕੇ ਲੈ ਜਾਂਦਾ ਇੱਕ ਪਾਸੇ। ਹੁਣ ਦੇਖੋ ਨਾ ਵੀ ਇਹ ਕਿੰਨੇ ਮਹੀਨਾ ਹੀ ਹੋ ਗਿਆ ਲਗਭਗ ਮਤਲਬ ਗੱਲਬਾਤ ਚੱਲਦੇ ਆ, ਪਰ ਅਜੇ ਤੱਕ ਇਹਦਾ ਮੂੰਹ ਸਿਰ ਬਣਦਾ ਨਹੀਂ ਦਿਸਦਾ। ਤੇ ਠੀਕ ਹੈ ਕਿ ਆਪ ਕੀਤੀ ਜਾਣੀ ਹੈ ਚਾਹੀਦੀ ਹੈ ਕਿ ਬਣ ਚੁੱਕਾ, ਪਰ ਮੈਨੂੰ ਨਹੀਂ ਲੱਗਦਾ ਕਿ ਇੰਨੀ ਛੇਤੀ ਜਦੋਂ ਕੈਪਟਨ ਸਾਹਿਬ ਉੱਥੇ ਬਹਿਣਗੇ ਤਾਂ ਉਸ ਤੋਂ ਬਾਅਦ ਐਲਾਨ ਹੋ ਜੂਗਾ ਲੈ ਵੀ ਹੋ ਗਿਆ ਭਾਰਤ ਸਾਰਾ। ਅਜੇ ਹੋਰ ਚੱਲੂ ਥੋੜਾ ਜਿਹਾ ਔਰ ਹਾਲੇ ਤਾਂ ਹੋਣਾ ਹੀ ਹੈ। ਇਹ ਜ਼ਰੂਰ ਇੱਕ ਰੌਲਾ ਲਗਭਗ ਇਹ ਤੈਅ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਜਾ ਰਹੇ ਆ। ਸਾਰੇ ਰਸੇ ਪਹਿਲੇ ਵੱਡੇ ਜਾ ਚੁੱਕੇ ਆ, ਸਭ ਕੁਝ ਹੋ ਚੁੱਕਾ, ਸਿਰਫ ਐਲਾਨ ਹੀ ਬਾਕੀ ਹੈ। ਹੁਣ ਐਲਾਨ ਕੀ ਬਾਕੀ ਕਿ ਜਿੰਨਾ ਚਿਰ ਤੱਕ ਕੈਪਟਨ ਨੂੰ ਨਹੀਂ ਬਣਾ ਲਿਆ ਜਾਂਦਾ ਇਹ ਗੱਲ ਲਾਗੂ ਨਹੀਂ ਹੋਣੀ। ਠੀਕ ਹੈ ਨਾ, ਤੇ ਕੈਪਟਨ ਨੂੰ ਬਣਾਉਣਾ ਵੀ ਆਸਾਨ ਨਹੀਂ, ਉਹ ਬੜੇ ਮਾਰ ਖਿਡਾਰੀ ਹੈ। ਉਮਰ ਉਹਨਾਂ ਦੇ ਵਿੱਚ ਚੰਗੀ ਲੱਗੀ ਹੈ ਕਿ ਪਿਛਲੇ ਜਿਹੜਾ ਉਹਨਾਂ ਧੋਬੀ ਕੋਸ਼ਟਾ ਮਾਰਿਆ ਸੀ ਉਹ ਤੇ ਆ ਗਿਆ ਨਾ ਮੁੱਖ ਮੰਤਰੀ ਬਣ ਕੇ ਫਿਰ। ਇਸ ਕਰਕੇ ਇਹ ਚੀਜ਼ ਜਿਹੜੀ ਹੈ ਨਾ ਇਹ ਆਉਣ ਵਾਲਾ ਸਮਾਂ ਸਪਸ਼ਟ ਕਰ ਦੂਗਾ। ਬਾਕੀ ਕਾਂਗਰਸ ਤੱਕ ਨੇ ਇਹ ਵੀ ਦੋਸ਼ ਲਾਇਆ ਕਿ ਸਾਡੇ ਮੁੱਖ ਮੰਤਰੀ ਜਿਹੜੇ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਚਲਾਉਂਦੇ ਰਹੇ ਹੁਣ ਪਤਾ ਨਹੀਂ ਕਦੋਂ ਬਿਆਨ ਬਦਲਣਾ ਪੈਣਾ ਵਾ। ਤੇ ਚਲੋ ਜੀ, ਮੈਂ ਗੱਲ ਦੂਜੇ ਵਿਆਹ ਦੀ ਗੱਲ ਭੱਟੀ ਸਾਹਿਬ ਕੀਤੀ ਸੀਗੀ, ਤੁਸੀਂ ਕਹਿਤਾ ਕਿ ਐਡਵਾਂਸ ਹੀ ਲੜੀ ਜਾਂਦੇ ਆ ਮਾਸੜ ਫੁੱਫੜ। ਇੱਕ ਸਾਲਾ ਭਣੋਈਆ ਜਿਹੜਾ ਜੀ ਇਹਨਾਂ ਨੇ ਵੀ ਕੰਮ ਸ਼ੁਰੂ ਕੀਤਾ ਹੈਗਾ, ਇਹ ਰੇਤ ਪੰਜਾਬ ਵਿੱਚ ਇੱਕ ਸਾਲਾ ਭਣੋਈਆ ਪੋਲੀਟੀਸ਼ੀਅਨ ਹੈਗੇ ਆ, ਮੁੱਖ ਮੰਤਰੀ ਸਾਬਕ ਮੁੱਖ ਮੰਤਰੀ ਉਪ ਮੁੱਖ ਮੰਤਰੀ ਹੈਗੇ ਸਾਬਕਾ ਸੁਖਬੀਰ ਸਿੰਘ ਬਾਦਲ ਤੇ ਵਿਕਰਮਜੀਤ ਸਿੰਘ ਮਜੀਠੀਆ। ਇਹ ਦੋਨੋਂ ਪੰਜਾਬ ਦੇ ਰਾਜਨੀਤੀ ਵਿੱਚ ਸਾਲੇ ਭਣੋਈਏ ਵਾਲਾ ਰੋਲ ਅਦਾ ਕਰਦੇ ਆ। ਇਹਨਾਂ ਨੇ ਕਿਹੜੇ ਬਹਾਨੇ ਜਿਹੜਾ ਰੇਤ ਮਾਫੀਆ ਉਹਦੇ ਖਿਲਾਫ ਸੰਘਰਸ਼ ਵਿੱਢਿਆ ਹੋਇਆ, ਮਾਰੋ ਮਾਰੀ ਰੋਜ਼ ਲੱਗੀ ਰਹਿੰਦੀ ਆ, ਪੱਤਰਕਾਰਾਂ ਨੂੰ ਵੀ ਵਕਤ ਪਾਇਆ ਹੋਇਆ, ਪੁਲਿਸ ਨੂੰ ਵੀ ਵਕਤ ਪਾਇਆ ਹੋਇਆ। ਇਹ ਕਿਉਂ ਬੜੀ ਸਰਗਰਮੀ ਸੀ, ਕਿਉਂ ਇਹਨਾਂ ਨੇ ਦਿਖਾਈ ਆ ਵੀ ਵਿਆਹ ਵਾਲੀ ਗੱਲ ਹੀ ਹੈ, ਵਿਆਹ ਨੇੜੇ ਆ ਗਿਆ ਤੇ ਹੁਣ ਕੋਈ ਨਾ ਕੋਈ ਜਿਹੜਾ ਸਰਗਰਮੀਆਂ ਕਰੀਏ, ਆਪਦਾ ਯੋਗਦਾਨ ਪਾਈਏ ਵਿਆਹ 'ਚ। ਦੇਖੋ ਕੱਲ ਜੋ ਉਹਨਾਂ ਦੀ ਦੋਵਾਂ ਦੀ ਹਾਲਤ ਸੀ, ਮੈਨੂੰ ਤਾਂ ਥੋੜਾ ਜਿਹਾ ਤਰਸ ਵੀ ਆਇਆ ਵੀ ਯਾਰ ਦੇਖੋ ਇਹਨਾਂ ਨੂੰ ਪਤਾ ਸੀ ਕਿ ਇਹ ਵੀ ਸਮਾਂ ਆਊਗਾ ਜਿਹੜੇ ਹੈਲੀਕਾਪਟਰ ਤੇ ਜਿਹੜੀਆਂ ਚੜ੍ਹ ਕੇ ਬਠਿੰਡੇ ਆ ਜਾਂਦੇ ਸੀਗੇ ਤੇ ਸਵੇਰੇ ਘੁੰਮਦੇ ਫਿਰਦੇ ਤੇ ਸ਼ਾਮ ਨੂੰ ਫੇਰ ਉੱਤੇ ਚੱਲ ਜਾਂਦੇ ਸੀ। ਇਹ ਹੈਲੀਕਾਪਟਰਾਂ 'ਚੋਂ ਉੱਤਰ ਕੇ ਕਰੋੜਾਂ ਦੀਆਂ ਗੱਡੀਆਂ ਤੋਂ ਨਿਕਲ ਕੇ ਬਾਹਰ ਏਸੀ ਲੱਗੇ ਜਿਨ੍ਹਾਂ ਦੇ ਵਿੱਚ ਤੇ 40 ਡਿਗਰੀ ਟੈਂਪਰੇਚਰ 'ਚ ਜਿਹੜੀ ਆਪਾਂ ਨਾ ਮੇਰੇ ਪੰਜਾਬੀ ਮੁਹਾਵਰਾ ਵੀ ਖੇਡ ਚੱਲਣੀ ਮਿੱਟੀ ਘੱਟਾ ਰੇਤ
ਫਿਰ ਦੱਸਾਂਗੇ ਇਹ ਦੱਸਾਂਗੇ ਵੀ ਅਸੀਂ ਕੀ ਕਰਦੇ ਹਾਂ। ਬਿਲਕੁਲ ਬਿਲकुल ਹਾਂਜੀ ਇਹਦੇ ਅਸੀਂ ਤਾਂ ਕਰ ਦਾਂਗੇ ਨੰਗੇ ਸਰ ਵੀ ਜਿਹੜੇ ਮਿਲੇ ਹੋਏ ਆ ਇਹ ਕਾਂਗਰਸ ਮਿਲ ਕੇ ਸੀਐਮ ਜਿਹੜਾ ਹੈਗਾ ਉਹ ਮਤਲਬ ਮਿਲ ਕੇ ਇਹ ਜਿਹੜੇ ਰੇਤ ਮਾਫੀਆ ਉਹਨਾਂ ਕੋਲ ਪੈਸੇ ਲੈਂਦੇ ਆ ਸਾਡੇ ਕੋਲ ਸਬੂਤ ਹੈ ਅਸੀਂ ਤਾਂ ਕਿਤੇ ਮਾਫ ਨਹੀਂ ਕਰਨਾ ਅਸੀਂ ਤਾਂ ਜਾਵਾਂਗੇ ਨਾ ਸਾਨੂੰ ਥਕਾਵਟ ਹੈ ਨਾ ਗਰਮੀ ਲੱਗਦੀ ਹੈ ਹੁਣ ਹੈ ਵੀ ਹੈ ਜਦੋਂ ਯੁੱਧ ਦੇ ਮੈਦਾਨ 'ਚ ਕੋਤਰ ਜੇ ਗਰਮੀ ਗੁਰਮੀ ਤਾਂ ਲੱਗਦੀ ਨਹੀਂ ਨਾ ਕਿਉਂਕਿ ਬੋਲੇ ਜਿਹੜੀ ਚੀਜ਼ ਨੂੰ ਹਾਸਲ ਕਰਨਾ ਉਹ ਬੜੀ ਵੱਡੀ ਹੈ ਉੱਥੇ ਤਾਂ ਗਰਮੀਆਂ ਥੋੜੀ ਫਿਰ ਤਾਂ ਉੱਥੇ ਤਾਂ ਠੰਡੀ ਰਹਿਣੀ ਚਾਹੇ ਬਾਹਰ 40 ਡਿਗਰੀ ਹੋਵੇ ਚਾਹੇ ਜਿੰਨਾ ਮਰਜ਼ੀ ਹੋ ਠੀਕ ਹੈ ਸੋ ਇਸ ਕਰਕੇ ਉਹ ਲੱਗੇ ਹੋਇਆ ਔਰ ਤੁਸੀਂ ਦੇਖੋ ਕਿ ਸਮੇਂ ਦਾ ਤਰਾਜ਼ਾ ਇਹ ਕਿੱਥੇ ਉਹ ਸਮਾਂ ਸੀ ਜਿਸ ਵੇਲੇ ਇਹਨਾਂ ਦੇ ਆਲੇ ਦੁਆਲੇ ਬੜੇ ਵੱਡੀ ਪੱਧਰ ਦੇ ਉੱਤੇ ਝੜਮਟ ਪਏ ਹੁੰਦੇ ਸੀ ਪਾਰਟੀ ਦੇ ਜਿਸ ਵੇਲੇ ਇਹ ਮਤਲਬ ਰਾਜ ਸੀ ਆਪਣਾ ਕਿ ਅੱਜ ਉਹ ਹਾਲਤ ਤੇ ਦੇਖੋ ਰਿਸ਼ਤਾ ਵੱਖਰੀ ਚੀਜ਼ ਹੈ ਪਰ ਰਿਸ਼ਤੇ ਨਿਭਾਉਣਾ ਔਰ ਔਖੀ ਵੇਲੇ ਸਾਥ ਦੇਣਾ ਉਹਦੀ ਤਾਂ ਮਿਸਾਲ ਦੇਤੀ ਨਾ ਅਗਲੇ ਬਿਲਕੁਲ ਦੇਤੀ ਹਾਂਜੀ ਬਿਲਕੁਲ ਨਹੀਂ ਤਾਂ ਕਈ ਵਾਰੀ ਮਤਲਬ ਜਿਸ ਵੇਲੇ ਸਦਾ ਆਜ਼ਾਦੀ ਲੱਗਦੀ ਹੈ ਤੇ ਨੇੜਲੇ ਵੀ ਸਾਥ ਛੱਡ ਜਾਂਦੇ ਸਕੇ ਭੱਜ ਜਾਂਦੇ ਬਿਲਕੁਲ ਜੋ ਟੱਕਰਿਆ ਇਹਨੂੰ ਹੁਣ ਦੇਖੋ ਉਹਨਾਂ ਦਾ ਹੱਥ ਪੈਂਦਾ ਜਾਂ ਕਿਸੇ ਹੋਰ ਦਾ ਪੈ ਜਾਂਦਾ ਕੁਰਸੀ ਨੂੰ ਕਿਉਂਕਿ ਉੱਧਰ ਆਮ ਆਦਮੀ ਪਾਰਟੀ ਵੀ ਰਿਵੋਲਟ ਕਰਕੇ ਪੂਰੀ ਤਰ੍ਹਾਂ ਖੜੀ ਹੈ ਵੀ ਇਹ ਸਦਾ ਹੁਣ ਇੱਧਰ ਨੂੰ ਅਸੀਂ ਜਾਣ ਨਹੀਂ ਦੇਣੀ ਅਸੀਂ ਤਾਂ ਕਾਫੀ ਹੋਣਾ ਉਹਦੇ ਤੇ ਔਰ ਉੱਧਰ ਕੈਪਟਨ ਵੀ ਹੈ ਉੱਧਰ ਭਾਰਤੀ ਜਨਤਾ ਪਾਰਟੀ ਵੀ ਕੋਈ ਜੁਗਤ ਇਹੋ ਜਿਹੀ ਲਗਾਉਣ ਬਾਰੇ ਸੋਚ ਰਹੀ ਹੈ ਸਾਰੀਆਂ ਦੇ ਕਹਿੰਦੇ ਸਾਰੀਆਂ ਦੀਆਂ ਸਾਰੀਆਂ ਸੀਟਾਂ ਹੀ ਅਸੀਂ ਜਿੱਤ ਲੈਣੀ ਪਤਾ ਨਹੀਂ ਇਹਨਾਂ ਦੀ ਬਚਣੀਆਂ ਵੀ ਹੈ ਕਿ ਨਹੀਂ ਸੋ ਇੱਦਾਂ ਇਹ ਚੱਲ ਰਿਹਾ ਇੱਕ ਡਰਾਮਾ ਦੇਖੀ ਜਾਣਾ ਚਾਹੀਦਾ ਤੇ ਕੀ ਹੁੰਦਾ ਪਤਾ ਲੋਕਾਂ ਨੂੰ ਵੀ ਜੇ ਸੂਝਵਾਨ ਬਣ ਗਏਗਾ ਨਾ ਅੱਗੇ ਹੁਣ ਇਹ ਸਮਝ ਆ ਗਈ ਤਾਂ ਫਿਰ ਇਹਨਾਂ ਨੂੰ ਹੋਰ ਹੀ ਕੁਝ ਦਿਖਾ ਦੇਣਗੇ ਅੱਗੇ ਪਰ ਸਾਹਿਬ ਜਦੋਂ ਵਿਆਹ ਦੀ ਗੱਲ ਹੋਈ ਸੀ ਤੇ ਕਾਂਗਰਸ ਤੇ ਪੰਜਾਬ ਵਿੱਚ ਕਾਂਗਰਸ ਦੇ ਮਾਮਲੇ 'ਚ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਗੱਲ ਕਰੋ ਉਹ ਕਾਂਗਰਸ ਦਾ ਹਰਿਆਣੇ ਦੇ ਵਿੱਚ ਵੀ ਰੌਲਾ ਪਿਆ ਹੋਇਆ ਜੀ ਉਹ ਕੀ ਮਸਲਾ ਜੀ ਨਵਾਂ ਹੀ ਉੱਥੇ ਬਾਗੀ ਸੁਰਾਂ ਜਿਹੜੀਆਂ ਆ ਗਈਆਂ ਭੁਪਿੰਦਰ ਹੁੱਡਾ ਕਦੀ ਬਾਗੀ ਹੋ ਜਾਂਦੇ ਕਦੀ ਭੁਪਿੰਦਰ ਹੁੱਡਾ ਦੇ ਖਿਲਾਫ ਜਿਹੜੇ ਦੂਜੇ ਹੈਗੇ ਆ ਉਹ ਬਾਗੀ ਸੁਰਾਂ ਦੇਈ ਜਾਂਦੇ ਆ ਇਹ ਤੇ ਮੋਟਾ ਇੱਥੇ ਬਹੁਤ ਦੂਰ ਹੈ ਇੱਥੇ ਰੌਲਾ ਹੁਣੇ ਤੋਂ ਪੈ ਗਿਆ ਜੀ ਐਸਾ ਇੱਕ ਮੁਹਾਵਰਾ ਬੜਾ ਮਸ਼ਹੂਰ ਹੈ ਪੰਜਾਬ 'ਚ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਲੈਂਦਾ ਹਾਂ ਉਹ ਤਾਂ ਹੈ ਜੀ ਉਹ ਤਾਂ ਹੈ ਜੀ ਬਿਲਕੁਲ ਇੱਕ ਆਮ ਬਜ਼ੁਰਗ ਇਹ ਵੀ ਕਹਿੰਦੇ ਹੁੰਦੇ ਆ ਕਿ ਜੇ ਤਾਏ ਦੀ ਤੇ ਚੱਲੀ ਦੇ ਮੈਂ ਕੋਲ ਰਵਾ ਕੱਲੀ ਉਹ ਵੀ ਇੱਕ ਬਣਦੀ ਹੈ ਜਿਹੜਾ ਆਪਾਂ ਦੋਵੇਂ ਮੁਹਾਵਰੇ ਇਹਨਾਂ ਦਾ ਜੁੜਦੇ ਆ ਹੁਣ ਹਰਿਆਣੇ ਵਾਲਾ ਸੋਚਿਆ ਵੀ ਬਾਕੀ ਦਾ ਕੰਮ ਅਸੀਂ ਮਿਲ ਕੇ ਸਾਰੇ ਕਰੀ ਜਾਂਦੇ ਆ ਕਿਸਾਨ ਜਿਹੜੇ ਉਹ ਵੀ ਆ ਗਏ ਤੇ ਅਸੀਂ ਭਰਾ ਇਕੱਠੇ ਹੋ ਗਏ ਤਾਂ ਅਸੀਂ ਕੋਈ ਪਿੱਛੇ ਨਹੀਂ ਚੱਲੇ ਠੀਕ ਹੈ ਜੀ ਉਹ ਜਿਹੜੇ ਸਾਬਕਾ ਸੀਐਮ ਹਰਿਆਣਾ ਭੁਪਿੰਦਰ ਸਿੰਘ ਹੁੱਡਾ ਉਹਨਾਂ ਨੇ ਆਪਣੇ ਜਿਹੜੇ ਨਾਲ ਦੇ ਲਏ ਹਾਂਜੀ ਨੌ ਐਮਐਲਏ ਨਾਲ ਲਏ ਤੇ ਉਹ ਜਨਰਲ ਸੈਕਟਰੀ ਨੂੰ ਜਾਣ ਲਏ ਮਤਲਬ ਕਾਂਗਰਸ ਦੇ ਨਾ ਹਾਂਜੀ ਤੇ ਉਹਨਾਂ ਨੇ ਉੱਥੇ ਜਾ ਕੇ ਗੱਲ ਕਹੀ ਹੈ ਜੀ ਦੇਖੋ ਸਾਨੂੰ ਜਿਹੜੀ ਹੈ ਨਾ ਕਬਾਲੀ ਸ਼ਹਿਰ ਦਾ ਇਹਦਾ ਕੰਮ ਨਹੀਂ ਠੀਕ ਲੱਗਦਾ ਕਿਸੇ ਨੇ ਇੱਕ ਸਵਾਲ ਉਹਨਾਂ ਦਾ ਸਹੀ ਵੀ ਹੈ ਉਹ ਵੀ ਤੁਹਾਡਾ ਦੱਸ ਰਿਹਾ ਉਹਨਾਂ ਪਤਾ ਕੀ ਇਹ ਸਵਾਲ ਉਠਾਇਆ ਉਹ ਕਹਿੰਦੇ ਕਿ ਇੰਨਾ ਸਮਾਂ ਹੋ ਗਿਆ ਸ਼ਹਿਰ ਦੇ ਕੁਝ ਜ਼ਿਲ੍ਹਾ ਪ੍ਰਧਾਨ ਬਣਾ ਲਈ ਕਿਸੇ ਕਾਂਗਰਸ ਦੇ ਕਿਸੇ ਜ਼ਿਲ੍ਹਾ ਕਮੇਟੀ ਨੇ ਤੇ ਕਿਤੇ ਉਹਦਾ ਪ੍ਰਧਾਨ ਨਹੀਂ ਇਹ ਸਹੀ ਹੈ ਠੀਕ ਹੈ ਜੀ ਔਰ ਇਹ ਜਿਹੜੀ ਚੀਜ਼ ਹੈ ਇਹ ਮਸਲੇ ਨੂੰ ਉਠਾ ਕੇ ਉਹਨਾਂ ਨੇ ਮਤਲਬ ਜਿਹੜੇ ਇਹਨਾਂ ਦੇ ਜਨਰਲ ਸੈਕਟਰੀ ਸੀ ਵਿਜੂ ਗੋਪਾਲ ਉਹਨਾਂ ਨਾਲ ਕੀਤੀ ਹੈ ਮੁਲਾਕਾਤ ਤੇ ਮੁਲਾਕਾਤ ਕਰਕੇ ਉਹਨਾਂ ਨੇ ਮੰਗ ਕੀਤੀ ਹੈ ਕਿ ਜੇ ਅਸੀਂ ਇਸ ਸਮੇਂ ਦੇ ਵਿੱਚ ਆਪਣੀ ਸਰਕਾਰ ਬਣਾਉਣੀ ਆ ਤੇ ਸਾਨੂੰ ਪਾਰਟੀ ਦਾ ਸਿਸਟਮ ਉਹਦਾ ਢਾਂਚਾ ਬਣਾਉਣਾ ਪਊਗਾ ਠੀਕ ਹੈ ਜੀ ਮੇਰੀ ਸਲਾਹ ਉਹਨਾਂ ਦੀ ਠੀਕ ਹੈ ਪਰ ਉੱਧਰ ਕੁਮਾਰੀ ਸ਼ਹਿਰ ਦੇ ਕਹਿੰਦੇ ਵੀ ਇਹ ਮੇਰੇ ਨਾਲ ਸਹਿਯੋਗ ਨਹੀਂ ਕਰਦੇ ਇਹ ਮੈਨੂੰ ਆਈਸੋਲੇਟ ਕਰਦੇ ਆ ਮੈਂ ਇੰਨੀ ਮਿਹਨਤ ਕਰ ਰਹੀ ਹਾਂ ਮੈਂ ਇੰਨੀ ਮਿਹਨਤ ਦੇ ਨਾਲ ਕਾਂਗਰਸ ਨੂੰ ਉੱਥੇ ਮਤਲਬ ਕੀਤਾ ਔਰ ਅੱਜ ਸਾਡੇ ਪਤਾ ਉਹਨਾਂ ਨੂੰ ਏਦਾਂ ਦਾ ਲੱਗ ਰਿਹਾ ਕਿ ਦੇਖੋ ਜਿਸ ਵੇਲੇ ਜੇ ਤਾਂ ਕਹੀਏ ਕਿ ਖੱਟੜ ਦੁਬਾਰਾ ਅਸੀਂ ਸੋਚਿਆ ਨਹੀਂ ਜਾ ਸਕਦਾ ਜੇ ਕਹੀਏ ਵੀ ਜੇਜੇਪੀ ਦਾ ਕੋਈ ਅੱਜ ਦਾ ਮਤਲਬ ਹੀ ਨਹੀਂ ਕਿਉਂਕਿ ਲੋਕ ਤਾਂ ਉਹਨਾਂ ਨੂੰ ਦੇਖਣਾ ਨਹੀਂ ਚਾਹੁੰਦੇ ਵੋਟ ਕਿਹਨੇ ਦੇਈ ਤੇ ਹੁਣ ਨੰਬਰ ਤੇ ਉਹਨਾਂ ਦਾ ਲੱਗਦਾ ਹੀ ਹੈ ਨਾ ਤੇ ਦੂਏ ਪਾਸੇ ਪੁਰਾਣੇ ਖਿਡਾਰੀ ਵੀ ਮਤਲਬ ਸਜ਼ਾ ਭੁਗਤ ਕੇ 10 ਸਾਲ ਦੀ ਚੁਟਾਲਾ ਸਾਹਿਬ ਵੱਡੇ ਚੁਟਾਲਾ ਸਾਹਿਬ ਉਹ ਆ ਗਏ ਆ ਤੇ ਦੇਖੋ ਕਿ ਉਹ ਕੀ ਕਰਦੇ ਆ ਦੇਖੋ ਤੁਹਾਨੂੰ ਪਤਾ ਨਾ ਕਿ 10 ਸਾਲ ਦੀ ਕੈਦ ਭੁਗਤੀ ਹੈ ਕੁਰਬਾਨੀ ਉਹਨਾਂ ਦੀ ਵੀ ਬੜੀ ਜ਼ਬਰਦਸਤ ਹੈ ਜੇ ਬੇਟੀ ਘੁਟਾਲੇ ਦੇ ਵਿੱਚ ਸਾਡੇ
ਕੇ ਆਇਆ। ਬਿਲਕੁਲ। ਜੇਵੀਡੀ ਟੀਚਰ ਘੁਟਾਲਾ ਪਤਾ ਬੜਾ ਮਸ਼ਹੂਰ ਹੋਇਆ ਨਾ ਨੌਕਰੀਆਂ ਤੇ। ਹਾਂਜੀ ਹਾਂਜੀ। ਸੋ ਇਸ ਤੇ ਜਿਹੜੀ ਸਿਚੁਏਸ਼ਨ ਹੈ ਨਹੀਂ ਬਣਨੀ ਚਾਹੀਦੀ ਸੀ ਜਿਹੜੀ ਬਣ ਜਾ ਰਹੀ। ਕਿਉਂਕਿ ਪਹਿਲਾਂ ਰਾਜਸਥਾਨ ਦਾ ਇੱਕ ਪੰਜਾਬ ਪਿਆ, ਫਿਰ ਰਾਜਸਥਾਨ 'ਚ ਰਫੜ ਪਿਆ, ਹੁਣ ਇੱਧਰ ਪੈ ਗਿਆ, ਫਿਰ ਕੱਲ ਨੂੰ ਮਤਲਬ ਜੇ ਪਤਾ ਨਹੀਂ ਉੱਤਰ ਪ੍ਰਦੇਸ਼ ਕੀ ਵਾਪਰਨਾ ਹੋ ਰਹੀ ਹੈ, ਜੇ ਤਿਆਰੀ ਹੋ ਰਹੀ ਹੈ। ਤੇ ਉਹਦੀ ਤਾਂ ਖੈਰ ਸਿਆਣੀ ਆ ਉਹ, ਮਤਲਬ ਚਾਰ ਜਿਹਨੂੰ ਬਣਾਇਆ ਆਪਣੇ ਨੂੰ ਪ੍ਰਿੰਕਾ ਨੂੰ, ਉਹ ਬੜੀ ਸੂਝਵਾਨ ਆ ਕਹਿੰਦੇ। ਕਿਉਂਕਿ ਸਿੱਧੂ ਕਹਿੰਦਾ ਮੈਂ ਤਾਂ ਨਹੀਂ ਪਤਾ ਜ਼ਿਆਦਾ, ਸਿੱਧੂ ਕਾਫੀ ਨੇੜੇ ਹੈ। ਤੇ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਨਾ ਇੱਕ ਵਾਰ ਨਵੇਂ ਸਿਰੇ ਉਹ ਜੋੜ ਤੋੜ ਵਿਉਂਤਬੰਦੀਆਂ ਇੱਕ ਦੂਸਰੇ ਨੂੰ ਪਰਖਣ ਦੀਆਂ ਗੱਲਾਂ, ਇਹ ਸਾਰਾ ਕੁਝ ਜਿਹੜਾ ਇੱਕ ਪ੍ਰਕਿਰਿਆ ਹੀ ਚੱਲ ਪਈ ਆ। ਤੇ ਇਹ ਦੇਖੋ ਕਿੰਨੀ ਚਿਰ ਤੇ ਨਿਬੜਦੀ ਹੈ। ਮੈਨੂੰ ਆਸ ਹੈ ਕਿ ਜੋ ਜੋੜ ਤੋੜ ਕਰਾ ਕੇ ਠੀਕ ਸੈਟਲ ਹੋ ਜਾਊਗਾ ਤਾਂ। ਪੱਟੀ ਸਾਹਿਬ ਇੱਕ ਕੌਮਾਂਤਰੀ ਖਬਰ ਹੈ, ਬੜੀ ਵੱਡੀ ਤੇ ਅਹਿਮ ਖਬਰ ਹੈ, ਉਹਦੇ ਤੇ ਚਰਚਾ ਕਰਨ ਤੋਂ ਪਹਿਲਾਂ ਇੱਕ ਗੁਜਰਾਤ ਦੇ ਵਿੱਚ ਇੱਕ ਸਾਧਵੀ ਦੇ ਘਰ ਛਾਪਾ ਪਿਆ ਜੀ, ਬਹੁਤ ਸਾਰਾ ਸੋਨਾ, ਕਿੰਨਾ ਸੋਨਾ ਫੜਿਆ ਗਿਆ ਤੁਸੀਂ ਦੱਸਣਾ, ਕਿੰਨਾ ਕੈਸ਼ ਫੜਿਆ ਗਿਆ ਤੁਸੀਂ ਦੱਸਿਓ ਜੀ। ਕਹਿੰਦੇ ਆ ਵੀ 1.5 ਸਾਲ ਪਹਿਲਾਂ ਇਹ ਮਸ਼ਹੂਰ ਹੋਈ ਸੀ ਕਿ ਸਾਧਵੀ, ਇਹਨੇ ਕੋਈ ਪ੍ਰੋਗਰਾਮ ਉੱਥੇ ਕੀਤਾ ਤੇ 2-2 ਹਜ਼ਾਰ ਦੇ ਨੋਟ ਜਿਹੜੇ ਆ ਉਹਦਾ ਮੀਂਹ ਵਰਿਆ ਸੀ। ਇਹ ਕੀ ਮਸਲਾ ਹੁਣ, ਜੇ ਮੀਂਹ ਵਰਿਆ ਤਾਂ ਚਲੋ ਦੇਖ ਲਿਆ ਸਾਰਿਆਂ ਨੇ, ਮੀਂਹ ਤਾਂ ਹੀ ਵਰ ਸਕਦਾ ਜੇ ਵੱਡਿਆਂ ਲੋਕਾਂ ਦੇ ਨਾਲ ਨੇੜਤਾ ਹੋਵੇ ਤਾਂ, ਭਾਵੇਂ ਰਾਜਸੀ ਆ ਤੇ ਭਾਵੇਂ ਦੂਸਰੇ ਆ। ਪਰ ਇਹ ਹੁਣ ਛਾਪਾ ਕਿਉਂ ਵੱਜਿਆ ਤੇ ਕੀ ਹੋਇਆ ਉੱਥੇ? ਗੱਲ ਹੈ ਕਿ ਬੜੀ ਖਬਰ ਅਜੀਬ ਵੀ ਹੈ ਤੇ ਲੋਕਾਂ ਲਈ ਇੰਟਰਸਟਿੰਗ ਵੀ ਹੈ। ਹੋਇਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਉੱਕਾ ਮਾਰਦੇ ਗੱਡੀ ਨੂੰ ਆ ਚੰਬੜੇ ਦੀ ਭਾਰਤੀ ਨੂੰ ਕਿ ਮੈਂ ਗੁਜਰਾਤ 'ਚ ਜੋ ਕਾਰਨਾਮੇ ਕਰ ਦਿੱਤੇ ਆ ਉਹ ਇਤਿਹਾਸ ਦੇ ਵਿੱਚ ਬਹੁਤ ਰਾਤੀ ਹੈ ਤੇ ਗੁਜਰਾਤ ਮਾਡਲ ਸਾਰੇ ਭਾਰਤ ਨੂੰ ਬਣਾ ਦੇਣਾ। ਹਾਂਜੀ 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 ਹਾਂਜੀ। ਜੋ ਗੁਜਰਾਤ ਮਾਡਲ ਦੀ ਇੱਕ ਵੰਨਗੀ ਤੁਹਾਨੂੰ ਮੈਂ ਦੱਸਦਾ, ਇਹ ਵੰਨਗੀ ਜਿਹੜੀ ਆ ਇਹ ਕੀ ਹੈ ਕਿ 45 ਵਰ੍ਹਿਆਂ ਦੀ ਨੌਜਵਾਨ ਸਾਧਵੀ ਇੱਕ ਉੱਥੇ ਸੰਸਥਾ ਚਲਾਉਂਦੀ ਹੈ। ਔਰ ਉਹ ਸੰਸਥਾ ਜਿਹੜੀ ਆ ਉਹ 'ਚ ਬੜੇ ਅਮੀਰ ਲੋਕ ਆਉਂਦੇ ਆ, ਬੜਾ ਕੁਛ ਉਹ ਸਾਰਾ ਹੈਗਾ। ਤੇ ਉੱਥੇ ਪੈ ਗਿਆ ਪੁਲਿਸ ਦਾ ਛਾਪਾ। ਦੇਖੋ ਕਦੀ ਸੋਚ ਵੀ ਨਹੀਂ ਸਕਦੇ ਸੀ, ਬੜੀ ਪਹੁੰਚ ਵਾਲੀ ਹੈ, ਜਿੱਦਾਂ ਬਾਪੂ ਆਸਾ ਰਾਮ ਦੀ ਸੀ ਪਹੁੰਚ। ਔਰ ਉਹਦੇ ਕੋਲ ਸਾਰੇ ਲੀਡਰ ਜਾ ਕੇ ਵਿੱਚ ਮੋਦੀ ਦੇ ਵਿੱਚ ਹੀ ਦੂਸਰੇ ਸਾਰੇ ਇਸੇ ਤਰ੍ਹਾਂ ਦਾ ਜੁਗਾੜ ਉਹਦਾ ਬਣਾਇਆ। ਜਾਂ ਕਹਿ ਲਓ ਆਪਣੇ ਜਿੱਦਾਂ ਉਹ ਆਪਣੇ ਸਹਾਰ ਵਾਲੇ ਉਹ ਵੀ ਫਿਲਮਾਂ ਬਣਾਉਂਦੇ ਸੀ, ਸਾਰਾ ਕੁਛ ਸੀ। ਸੋ ਇਸੇ ਤਰ੍ਹਾਂ ਇਹ ਵੀ ਬੜੀ ਚਰਚਾ ਸੀ, ਬੜੀ ਮਸ਼ਹੂਰ ਕੰਪਨੀ ਆ ਜਿਹਨੇ ਪਿਛਲੇ ਸਾਲ ਦਸੰਬਰ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਸੀ। ਉਹਦੇ ਵਿੱਚ 1 ਕਰੋੜ ਦੇ 2-2 ਹਜ਼ਾਰ ਦੇ ਨੋਟ ਉਹਨਾਂ ਦੀ ਵਰਖਾ ਹੋਈ ਸੀ, ਜਦੋਂ ਲੋਕਾਂ ਨੇ ਨੋਟ ਲੱਭਦੇ ਨਹੀਂ ਸੀ, ਜੋ ਮੋਦੀ ਨੇ ਪਹਿਲਾਂ ਕੰਮ ਕੀਤਾ ਸੀ ਨੋਟਬੰਦੀ। ਤੇ ਉਦੋਂ ਰੌਲਾ ਪਿਆ ਵੀ 1 ਕਰੋੜ ਦੇ ਨੋਟ ਜਿਹੜੇ ਖਿਲਾਰੇ ਜਾਂਦੇ ਆ, ਤਾਂ ਪਤਾ ਤਾਂ ਕਰੋ ਵੀ ਕੀ ਚੀਜ਼ ਹੈ। ਇਹਦੇ ਤੇ ਲੋਕਾਂ ਆਵਾਜ਼ ਉਠਾਈ ਕਿ ਇਨਕੁਆਇਰੀ ਕਰੋ, ਤੇ ਉਹ ਇਨਕੁਆਇਰੀ ਪੂਰੀ ਦੱਬੀ ਗਈ ਕਿ ਕੋਈ ਜ਼ੋਰ ਪੈਂਦਾ ਉਹਦਾ ਪਹੁੰਚ ਹੈ। ਹੁਣ ਕੀ ਹੋਇਆ ਕਿ ਇਹਦੇ ਚ ਛਾਪਾ ਪਿਆ ਤੇ ਇਹਦੇ ਵਿੱਚ 80 ਲੱਖ ਦੀਆਂ ਸੋਨੇ ਦੀਆਂ ਜਗ੍ਹਾ ਫੜੀਆਂ ਗਈਆਂ ਤੇ 1 ਕਰੋੜ 38 ਲੱਖ ਦੇ ਨਕਦੀ ਫੜੀ ਗਈ ਹੈ, ਨੋਟ ਫੜੇ ਗਏ। ਠੀਕ ਹੈ। ਤੇ ਸਰ ਇਹ ਰੌਲਾ ਬੜਾ ਪਿਆ ਤੇ ਇਸ ਖਬਰ ਨੂੰ ਤੁਸੀਂ ਏਦਾਂ ਨਾ ਸਮਝੋ ਕਿ ਕਿਸੇ ਅਖਬਾਰ ਵਾਲੇ ਨੇ ਦੇ ਦਿੱਤੀ ਆ। ਨੀਰਜ ਬਡੋਂਗਰ ਪੁਲਿਸ ਅਧਿਕਾਰੀ ਨੇ ਇਹ ਰਿਪੋਰਟ ਦਿੱਤੀ ਆ ਮੀਡੀਆ। ਠੀਕ ਹੈ ਜੀ। ਉਹਨਾਂ ਨੇ ਗੱਲ ਕਹੀ ਆ ਕਿ ਅਸੀਂ ਜਦੋਂ ਸਾਡੀ ਸ਼ਿਕਾਇਤ ਮਿਲੀ ਇੱਕ ਸੁਨਿਆਰੇ ਨੇ ਇੱਕ ਸ਼ਿਕਾਇਤ ਕੀਤੀ, ਉਹ ਵੀ ਸੁਣਨ ਵਾਲੀ ਗੱਲ। ਉਹਦੇ ਕੋਲੋਂ ਇਹਨੇ 20 ਲੱਖ ਦਾ ਸੋਨਾ ਲਿਆ ਤੇ ਉਹਨੂੰ ਕਹਿੰਦੇ ਵੀ ਮੈਂ ਤੈਨੂੰ ਪੈਸੇ ਬਾਅਦ ਚ ਦੇ ਦੇ। ਉਹਨੇ ਵਿਸ਼ਵਾਸ ਕਰ ਲਿਆ ਵੀ ਅਰਬਾਪਤੀ ਹੈ ਤੇ ਕਿਹੜੇ ਨਹੀਂ ਆਉਣੇ, ਤੇ ਬਾਅਦ ਵਿੱਚ ਇਹਨੂੰ ਕਦੇ ਵੇਲ ਹੀ ਨਹੀਂ ਲੱਗਾ ਉਹਨੂੰ ਪੈਸੇ ਦੇਣ ਲਈ। ਉਹ 1-2 ਵਾਰੀ ਉਹਨੇ ਮਿੰਟਰਲਾ ਕੀਤਾ ਤੇ ਜਿਹੜੇ ਇਹਦੇ ਸੇਵਾਦਾਰ ਰੱਖੇ ਉਹਨਾਂ ਨੇ ਲਾਭ ਕੇ ਦਿੱਤਾ ਗਵਰਨਰ ਤੋਂ। ਇਹ ਕਿਉਂਕਿ ਜਿਹਦੇ ਸਿੱਖ ਪਹੁੰਚ ਹੋਵੇ, ਹੱਥ ਪੈਦਾ ਹੋਵੇ, ਉਹਨੂੰ ਕੀ ਫਰਕ ਪੈਂਦਾ ਕਿ ਨਹੀਂ ਕਿੰਨੀ ਵੱਡੀ ਰਕਮ ਹੈ ਤੂੰ ਸਾਡੀ ਮਾਂ ਨੂੰ ਬਦਨਾਮ ਕਰਨ ਲੱਗ ਜਾਣਾ।
ਠੀਕ ਹੈ ਜੀ। ਤੇ ਉਹਨੇ ਸੱਦ ਕੇ ਉੱਥੋਂ ਦੇ ਐਸਐਸਪੀ ਨੂੰ ਰਿਪੋਰਟ ਕਰ ਠੀਕ ਹੈ ਜੀ। ਕਿ ਮਹਾਰਾਜ ਬਜਾਏ ਦੇ ਕਿ ਮੈਂ ਕੋਰਟ 'ਚ ਜਾਵਾਂ, ਮੈਂ ਤੁਹਾਡੀ ਮਿੰਤਰਲਾ ਕਰਦਾ ਕਿ ਤੁਸੀਂ ਮੇਰੇ ਪੈਸੇ ਦਵਾ ਦਿਓ। ਠੀਕ ਹੈ ਜੀ। ਤਾਂ ਪੁਲਿਸ ਨੇ ਜੇ ਛਾਪਾ ਮਾਰਿਆ ਉਹਨੂੰ ਇਹ ਸੀਗਾ ਕਿ ਚਲੋ ਛਾਪਾ ਮਾਰ ਕੇ ਇਹਨੂੰ ਬਰਾਮ ਨੂੰ ਦਿਆਂਗੇ ਵੀ ਨਹੀਂ ਲੱਭਾ ਜਾਏ ਕੁਛ ਵੀ। ਤੇ ਗਾਂ ਇਹਨੇ ਦੇਖਿਆ ਇਹਦਾ ਕੰਮ ਹੀ ਬੜਾ ਮੋਟਾ ਹੈ ਤੋਂ ਗਾਂ ਉਹ ਐਸੇ ਨੋਟਾਂ ਦੀਆਂ ਕਈਆਂ ਗੇੜੇ ਲੱਗੇ ਵੀ ਉਹ ਤਾਂ ਗੇੜੀਆਂ ਵੀ ਕਈ ਦਿਨ ਲੱਗ ਜਾਂਦੇ ਨਾ, ਤੇ ਇਸ ਕਰਕੇ ਉਹਨਾਂ ਨੇ ਮੱਲ ਕਰ ਕਰਾ ਕੇ ਅੰਦਾਜ਼ਾ ਲਾਇਆ ਸਾਰਾ ਵੀ ਕਿੰਨਾ ਕੁ ਪੈਸਾ ਤੇ ਕਿੰਨੀਆਂ ਕੁ ਸੋਨੇ ਦੀਆਂ ਛੜਾ ਹੈ। ਇੱਕ ਤਾਂ ਹੁੰਦਾ ਨਾ ਸੋਨੇ ਦੇ ਬਿਸਕੁਟ, ਇਹਨੇ ਸੋਨੇ ਦੇ ਸਰੀਏ ਬਣਵਾਏ ਸਰੀਆ ਕਹਾਂ ਜੋ ਸ਼ਾਮਲ ਹੈ। ਤੇ ਤੁਸੀਂ ਇਹ ਦੇਖੋ ਵੀ ਇਹ ਸਤਾ ਦੇ ਉੱਤੇ ਜਿਹੜੇ ਕਾਬਜ਼ ਹੋ ਜਾਂਦੇ ਆ ਉਹਨਾਂ ਦੇ ਜਿਹੜੇ ਗੁਰੂ ਆ ਉਹ ਵੀ ਕਿੱਥੋਂ ਤੱਕ ਪਹੁੰਚਦੇ। ਤੇ ਇਸ ਕਰਕੇ ਭਾਰਤ ਦੀ ਸਾਰੀ ਜਿਹੜਾ ਵਿਵਸਥਾ ਹੈ ਉਹਦੇ ਲਈ ਇੱਕ ਬੜੀ ਸ਼ਰਮਨਾਕ ਗੱਲ ਹੈ। ਔਰ ਇਹਦਾ ਸਾਰੇ ਗੁਜਰਾਤ 'ਚ ਹੁਣ ਰੌਲਾ ਪਿਆ। ਹੁਣ ਤੁਹਾਨੂੰ ਇਹ ਵੀ ਪਤਾ ਹੈ ਕਿ ਗੁਜਰਾਤ ਦੇ ਵਿੱਚ ਵੀ ਬਗਾਵਤ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ, ਆਮ ਆਦਮੀ ਪਾਰਟੀ ਵੀ ਉੱਤੇ ਪਹੁੰਚ ਗਈ ਆ, ਕੁਛ ਹੋਰ ਵੀ ਸਾਰੇ ਆ, ਉਹਨਾਂ ਦੀ ਗੱਲ ਚੁੱਕ ਲਈ ਹੈ। ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹਦੇ ਤੇ ਮਾਮਲੇ ਦਰਜ ਕਰੋ ਤੇ ਇਹਨੂੰ ਵੀ ਮਤਲਬ ਉਧਰ ਜਿੱਦਾਂ ਬਾਪੂ ਆਤਾ ਸੇਵਾ ਕਰ ਰਿਹਾ ਉੱਥੇ ਬਚਾਓ। ਤੇ ਇਹਦੇ ਤੇ ਬੜਾ ਰੌਲਾ ਪਿਆ। ਹੁਣ ਉਹ ਨਾ ਤਾਂ ਜਵਾਬ ਦੇ ਚੁੱਕੇ ਆ, ਨਾ ਕੋਈ ਗੱਲ, ਨਾ ਉਹ ਇਹ ਕਹਿ ਸਕਦੇ ਵੀ ਇਹ ਨਹੀਂ ਹੋਇਆ। ਇਹਨੂੰ ਸ਼ਿਕਾਇਤ ਹੀ ਕਰਦਾ ਰਿਹਾ ਉਹ ਪੁਲਿਸ ਅਫਸਰ ਨੂੰ ਬਾਅਦ ਚ ਭਾਵੇਂ ਬਦਲ ਹੀ ਦੇਣ। ਤੇ ਤੂੰ ਪਹਿਲਾਂ ਸਾਡੇ ਨਾਲ ਗੱਲ ਕਰਦਾ ਬੱਚੇ ਮਤਲਬ ਸਾਡਾ ਵੀ ਕੁਝ ਨਾ ਕਿ ਉਹ ਉਦਾਂ ਹੀ ਆ ਮਤਲਬ ਸਾਰਾ ਕੁਝ। ਠੀਕ ਹੈ। ਇਸ ਕਰਕੇ ਇਹ ਖਬਰ ਹੈ ਬੜੀ ਹੈਰਾਨੀ ਵਾਲੀ ਵੀ ਹੈਰਾਨੀ ਦਿਖਾਉਂਦੀ ਹੈ ਦੇਸ਼ ਤੇ ਸਭ ਕੁਝ ਸੰਭਵ ਹੈ। ਹੋ ਹੀ ਜਾਂਦਾ ਜੀ। ਪੱਟੀ ਸਾਹਿਬ ਦੋ ਖਬਰਾਂ ਜੀ ਸਾਡੇ ਕੋਲ, ਮੈਂ ਚਾਹੂੰਗਾ ਕਿ ਦੋ ਖਬਰਾਂ ਨੂੰ ਜੇ ਅਸੀਂ ਦੋ ਖਬਰਾਂ ਹੈਗੀਆਂ ਜੀ ਕੌਮਾਂਤਰੀ ਪੱਧਰ ਦੀਆਂ, ਜੇ ਦੋਨਾਂ ਨੂੰ ਡਿਸਕਸ ਕੀਤਾ ਤੇ ਆਪਣੇ ਕੋਲ ਸਮਾਂ ਘੱਟ ਆ, ਦੋਨੋਂ ਇੱਕ ਕਰ ਲੈਣੇ ਜੀ। ਇੱਕ ਕਰ ਲੈਣੇ ਜੀ ਜਿਹੜੀ ਕੱਲ ਤੇ ਮੈਂ ਪੈਂਡਿੰਗ ਕਰ ਲੈਣਾ ਚਾਹੁੰਦਾ ਜੀ, ਉਹ ਤੁਹਾਡੀ ਸਲਾਹ ਦੇ ਨਾਲ ਉਹ ਹੈਗਾ ਰਫੇਲ ਦਾ ਰਫੜ ਜਿਹੜਾ ਪਿਆ ਹੈ। ਉਹ ਜਿਹੜਾ ਘੁਟਾਲਾ ਹੀ ਨਹੀਂ ਰਹਿ ਗਿਆ, ਸਿਰਫ ਪੈਸੇ ਦਾ ਲੈਣ ਦੇਣ ਹੀ ਨਹੀਂ ਰਹਿ ਗਿਆ, ਉਹ ਤਾਂ ਬੜਾ ਕੁਝ ਹੋਰ ਪਾਉਂਦਾ ਜਾਂਦਾ। ਮੈਨੂੰ ਲੱਗਦਾ ਕਿ ਇਹਨੂੰ ਕੱਲ ਤੱਕ ਪੈਂਡਿੰਗ ਰੱਖ ਲਈਏ ਤੇ ਕੱਲ ਕਰਾਂਗੇ ਗੱਲਬਾਤ ਵਿਸਥਾਰ ਨਾਲ, ਇਹਦੇ ਤੇ ਪ੍ਰਾਇੋਰਟੀ ਤੇ ਲੈ ਕੇ ਇਹਨੂੰ ਗੱਲ ਕਰ ਲਾਂਗੇ ਰਫੇਲ ਬਾਰੇ। ਦੂਜਾ ਜਿਹੜਾ ਮਸਲਾ ਜੀ ਹੈਗਾ, ਮੈਂ ਤੁਹਾਡੇ ਨਾਲ ਚਾਹੁੰਦਾ ਕਿ ਤੁਹਾਡੇ ਵਿਚਾਰ ਲੈ ਜਾਣ, ਇਹਦੇ ਅੰਦਰੋਂ ਖਬਰ ਕੱਢੀ ਜਾਵੇ, ਉਹ ਹੈਗੀ ਜੀ ਅਫਗਾਨਿਸਤਾਨ ਦਾ ਮਸਲਾ। ਅਮਰੀਕਾ ਨੇ ਫੈਸਲਾ ਕਰ ਲਿਆ ਕਿ ਅਸੀਂ ਆਪਦੀਆਂ ਫੌਜਾਂ ਉੱਥੋਂ ਵਾਪਸ ਲੈ ਆਂਦੀਆਂ ਵੀ ਆ, ਕੋਈ ਥੋੜਾ ਬਹੁਤਾ ਕੰਮ ਚੱਲਦਾ ਪਿਆ। ਉਹ ਜਿਹੜਾ ਵਾਪਸੀ ਦਾ ਐਲਾਨ ਹੋਇਆ ਉਹਦੇ ਨਾਲ ਹੀ ਇੱਕਦਮ ਜਿਹੜੇ ਤਾਲਿਬਾਨੀ ਸੀਗੇ ਅਫਗਾਨਿਸਤਾਨ ਦੇ ਵਿੱਚ, ਉਹ ਨਵੇਂ ਸਿਰਿਓਂ ਪੂਰੇ ਜੋਸ਼ ਨਾਲ ਵੱਡੇ ਪੱਧਰ ਤੇ ਸਰਗਰਮ ਹੋ ਗਏ। ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਆਪਦਾ ਕਬਜ਼ਾ ਕਰ ਲਿਆ। ਬਹੁਤ ਸਾਰੇ ਫਰਮਾਨ ਜਾਰੀ ਕਰਤੇ ਤਾਲਿਬਾਨੀ ਫਰਮਾਨ ਕਿ ਇਹ ਹੋਊਗਾ, ਔਰਤਾਂ ਜਿਹੜੀਆਂ ਉਹ ਬੁਰਕਾ ਪਾ ਕੇ ਰੱਖਣਗੀਆਂ, ਉਹ ਘਰੋਂ ਕੱਲੀਆਂ ਬਾਹਰ ਨਹੀਂ ਨਿਕਲ ਸਕਦੀਆਂ, ਜਿਹੜੇ ਮਨੁੱਖ ਹੈਗੇ ਆ ਉਹ ਆਪਦੀ ਦਾੜੀ ਨਹੀਂ ਕਟਵਾ ਸਕਦੇ, ਜਿਹੜੇ ਬਾਰਬਰ ਸ਼ਾਪ ਹੈਗੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਡਿਜ਼ਾਈਨਦਾਰ ਫੈਸ਼ਨੇਬਲ ਦਾੜੀਆਂ ਜਿਹੜੀਆਂ ਉਹ ਨਾ ਕੱਟੋ, ਉਹਦੀ ਨਾ ਕੱਟੋ ਉਸ ਹਿਸਾਬ ਨਾਲ। ਹੁਣ ਅਮਰੀਕਾ ਦੇ ਲਈ ਇੱਕ ਵੱਡੀ ਚੁਣੌਤੀ ਬਣ ਗਈ ਜੀ ਇਹ ਕਿ ਉਹਨਾਂ ਦੇ ਰਹਿਣ ਦੇ ਦੌਰਾਨ, ਫੌਜਾਂ ਦੇ ਰਹਿਣ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ, ਸਥਾਨਕ ਲੋਕਾਂ ਤੋਂ ਉਹਨਾਂ ਨੇ ਮਦਦ ਲਈ, ਕੁਝ ਸੂਈਏ ਲਏ, ਕੁਝ ਹਮਦਰਦ ਲਏ, ਕੁਝ ਜਾਣਕਾਰ ਲੋਕਲ ਸਥਾਨਕ ਭਾਸ਼ਾ ਬਾਰੇ ਹੋਊਗੀ ਗੱਲ, ਕੋਈ ਸੱਭਿਆਚਾਰ ਬਾਰੇ ਗੱਲ ਹੋਊਗੀ, ਕੁਝ ਜਿੱਦਾਂ ਲੋਕਾਂ ਦੇ ਕੋਲੋਂ ਮਦਦ ਲੈਂਦੇ ਰਹੇ ਆ। ਉਹਨਾਂ ਦੀ ਗਿਣਤੀ ਥੋੜੀ ਬਹੁਤੀ 500-700 ਹਜ਼ਾਰ ਨਹੀਂ ਹੈ ਜੀ, 50,000 ਹੈ। 50,000 ਅਫਗਾਨਿਸਤਾਨੀ ਜਿਹੜੇ ਆ ਉਹਨਾਂ ਦੀ ਜਾਨ ਆ ਗਈ ਕੜਿੱਕੀ ਵਿੱਚ, ਤੇ ਉਹ ਅਮਰੀਕਾ ਦੇ ਗਲ 'ਚ ਅੰਗੂਠਾ ਦਿੰਦੇ ਆ ਕਿ ਸਾਨੂੰ ਬਚਾਓ। ਦੂਜੇ ਪਾਸੇ ਪਤਾ ਲੱਗਾ ਕਿ ਬਹੁਤ ਸਾਰੇ ਫੌਜੀ ਜਿਹੜੇ ਹੈਗੇ ਆ ਅਫਗਾਨ ਫੌਜ ਦੇ ਫੌਜੀ, ਹਥਿਆਰਬੰਦ ਫੌਜੀ, ਉਹਨਾਂ ਨੇ ਦੂਜੇ ਦੇਸ਼ਾਂ ਵੱਲ ਭੱਜਣਾ ਸ਼ੁਰੂ ਕਰਤਾ। ਇਹ ਸਾਰਾ ਕੁਝ ਉਥਲ-ਪੁਥਲ ਜੀ ਏਡੇ ਵੱਡੇ ਪੱਧਰ ਤੇ ਹੋ ਰਹੀ ਹੈ ਉਸ ਖਿੱਤੇ ਦੇ ਵਿੱਚ। ਇਹ ਜਿੱਦਾਂ ਪੁਰਾਣੀ ਗੱਲ ਹੈ ਕਿ ਕਦੀ ਵੀ ਸ਼ਾਂਤੀ ਨਹੀਂ ਹੋਈ, ਪਰ ਇਹ ਨਵੀਆਂ ਜਿਹੜੀਆਂ ਸਰਗਰਮੀਆਂ ਹੋ ਰਹੀਆਂ, ਇਹਦੇ ਨਾਲ ਕੀ ਬਣੂਗਾ ਜੀ, ਤੇ ਹੈ ਕੀ ਗੱਲ ਅਸਲੀਅਤ ਹੈ? ਦੇਖੋ ਇਹ ਮਸਲਾ ਜਿਹੜਾ ਨਾ ਜਿਸ ਵੇਲੇ ਫੌਜਾਂ ਨੂੰ ਵਾਪਸ ਲੈਣ ਦੀ ਗੱਲ ਆਈ ਹੈ ਉਦੋਂ ਵੀ ਪਤਾ ਸੀ ਵੀ ਇਹ ਮਾਮਲਾ ਜਿਹੜਾ ਵਿਗੜ ਜਾਣਾ। ਪਰ ਮਜਬੂਰੀ ਕੀ ਆ, ਜੋ ਬਾਈਡਨ ਦੀ ਇਹ ਮਜਬੂਰੀ ਆ ਕਿ ਉਹ ਇਸ ਮਸਲੇ ਨੂੰ ਮਤਲਬ ਜੇ ਕੰਟੀਨਿਊ ਰੱਖਦੇ ਹੁੰਦੇ ਤੇ ਇੰਨੇ ਵੱਡੇ ਖਰਚੇ ਉਹਨਾਂ ਦੀ ਆਪਣੀ ਇਕਨੋਮੀ ਜਿਹੜੀ ਆ ਉਹਦਾ ਵੀ ਕ੍ਰਾਈਸਿਸ ਹੈ। ਨੰਬਰ 2
ਤੋਂ ਉਹ ਇਸ ਚੀਜ਼ ਨੂੰ ਵੀ ਲੋਕਾਂ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਕਿ ਜਿਹੜਾ ਰਾਸ਼ਟਰਪਤੀ ਫਿਲਮ ਸੀ ਉਸ ਰਾਸ਼ਟਰਪਤੀ ਦੀਆਂ ਗਲਤ ਨੀਤੀਆਂ ਜਿਹੜੀਆਂ ਉਹਨਾਂ ਕਰਕੇ ਅਸੀਂ ਬਰਬਾਦੀ ਦੇ ਕੰਢੇ ਤੇ ਬੈਠੇ ਹਾਂ। ਠੀਕ ਹੈ। ਔਰ ਇਸ ਕਰਕੇ ਉਹਨਾਂ ਫੈਸਲਾ ਲਗਭਗ ਚੋਣਾਂ ਦੇ ਦੌਰਾਨ ਹੀ ਇਹ ਕਰ ਲਿਆ ਸੀ ਵੀ ਅਸੀਂ ਆਪਣੀਆਂ ਫੌਜਾਂ ਜਿਹੜੀਆਂ ਉਹ ਵਾਪਸ ਲੈ ਔਰ ਦੂਸਰਾ ਕਾਰਨ ਜਿਹੜੇ ਸਹਿਯੋਗੀ ਦੇਸ਼ ਸੀ ਉਹਨਾਂ ਵੱਲੋਂ ਵੀ ਹੱਥ ਖੜੇ ਹੋ ਗਏ ਸੀ ਲਗਭਗ। ਬੜੇ ਕੈਨੇਡੀਅਨ ਫੌਜੀ ਬਹੁਤ ਉੱਥੇ ਮਰੇ ਜੀ ਉਸ ਸੰਘਰਸ਼ ਦੇ ਦੌਰਾਨ। ਮਰੇ ਵੀ ਆ, ਲੰਬਾ ਸਮਾਂ ਹੋ ਗਿਆ ਬਹੁਤ, ਐਡੇ ਵੱਡੇ ਜਿਹੜੇ ਖਰਚੇ ਕੋਈ ਸੁਧਾਰਨ ਦਾ ਹੁੰਦੇ ਨੇ। ਸੋ ਇਸ ਕਰਕੇ ਇਹਨਾਂ ਨੇ ਅਖੀਰ ਦੇ ਵਿੱਚ ਇਹ ਫੈਸਲਾ ਲੈ ਲਿਆ। ਇਹਦਾ ਵਿਰੋਧ ਚ ਵੀ ਇਹ ਗੱਲਾਂ ਆਈਆਂ ਵੀ ਕੀ ਬਣੂਗਾ। ਖਾਸ ਕਰ ਅਫਗਾਨਿਸਤਾਨ ਦੀ ਸਰਕਾਰ ਜਿਹੜੀ ਆ ਉਹਨੇ ਗੱਲ ਸਪਸ਼ਟ ਕੀਤੀ ਵੀ ਜੇ ਆਰਮੀ ਸਾਰੀ ਫੌਜ ਵਾਪਸ ਚੱਲ ਜਾਂਦੀ ਹੈ ਤਾਂ ਇਹਨਾਂ ਦਾ ਅਸੀਂ ਮੁਕਾਬਲਾ ਕਿੱਦਾਂ ਕਰਾਂਗੇ। ਠੀਕ ਹੈ। ਔਰ ਉਹਦਾ ਪ੍ਰਤੀਕਰਨ ਜਿਹੜਾ ਉਹ ਲਾਜ਼ਮੀ ਸੀ। ਉਹ ਪ੍ਰਤੀਕਰਨ ਵਜੋਂ ਕਿਉਂਕਿ ਗੱਲ ਤੁਸੀਂ ਤੁਹਾਡੀ ਸਹੀ ਹੈ ਜੋ ਦੱਸਿਆ ਵੀ ਇਹ ਜਨਬਾਨੀ ਹੈਗੇ ਆ ਇਹ ਕੱਟੜ ਉਹ ਸਖਤੀ ਦੇ ਨਾਲ ਮੁਸਲਿਮ ਅਸੂਲ ਜਿਹੜੇ ਹੈਗੇ ਉਹ ਲਾਗੂ ਕਰਨ ਦੇ ਉੱਤੇ ਪੂਰੀ ਤਰ੍ਹਾਂ ਵਜੇਦ ਆ। ਜਿਹੜੇ ਇਲਾਕਿਆਂ ਚੋਂ ਪਹਿਲਾਂ ਉਹਨਾਂ ਦਾ ਕਬਜ਼ਾ ਸੀ ਉੱਥੇ ਉਹਨਾਂ ਨੇ ਸਾਰੇ ਸਕੂਲ ਕਾਲਜ ਸਭ ਕੁਝ ਬੰਦ ਕਰਤਾ ਸੀ। ਔਰ ਲੜਕੀਆਂ ਖਾਸ ਕਰਕੇ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ। ਏਦਾਂ ਦਾ ਬੜਾ ਜੋ ਮਤਲਬ ਟ੍ਰੈਡੀਸ਼ਨਲ ਉਹਨਾਂ ਦੇ ਚੱਲਦਾ ਉਹਨਾਂ ਨੇ ਸਖਤੀ ਨਾਲ ਲਾਗੂ ਕੀਤੀ। ਹੁਣ ਜਿਹੜੀ ਇਹ ਖਬਰ ਹੈ ਇੱਕ ਖਬਰ ਸਭ ਤੋਂ ਸੀਰੀਅਸ ਹੈ ਕਿ ਜੇ ਫੌਜ ਹੀ ਭੱਜਣ ਲੱਗ ਗਈ ਕਿਉਂਕਿ ਅੱਜ ਹੀ ਖਬਰ ਆਈ ਆ ਕਿ ਕੋਈ 1000 ਤੋਂ ਵੱਧ ਫੌਜੀ ਜਿਹੜੇ ਆ ਉਹ ਭੱਜ ਕੇ ਕਜ਼ਾਕਿਸਤਾਨ ਚ ਚਲੇ ਗਏ ਔਰ ਉਹ ਆਪਣੀ ਜਾਨ ਬਚਾਉਣ ਦੇ ਲਈ ਵੀ ਨਹੀਂ ਤੇ ਇੱਥੇ ਮਾਰੇ ਜਾਣਗੇ। ਹੁਣ ਇੱਥੋਂ ਇਹਨੂੰ ਕਹਿੰਦੇ ਕਿ ਉਹਨਾਂ ਦਾ ਮੋਰਲ ਵੀ ਡਿੱਗ ਗਿਆ। ਹਥਿਆਰ ਸੁੱਟ ਕੇ ਜੇ ਦੌੜਨ ਲੱਗ ਪਏ ਤਾਂ ਫੇਰ ਉੱਥੇ ਖੜਾ ਜਿਹੜਾ ਹੋਊਗਾ ਫਿਰ ਇਹਦਾ ਮਤਲਬ ਇਹ ਆ ਕਿ ਉਹ ਕਬਜ਼ਾ ਕਰ ਹੀ ਰਹਿਣਗੇ ਔਰ ਕਰਨਗੇ ਵੀ ਉਹ ਕੋਸ਼ਿਸ਼ ਜੋ ਪਹਿਲਾਂ ਕਰਦੇ ਰਹੇ ਆ ਜੋ ਉਹਨਾਂ ਨੇ ਐਲਾਨ ਕੀਤੇ ਆ। ਤੇ ਇਹ ਸਮੱਸਿਆ ਫਿਰ ਇਕੱਲੀ ਅਫਗਾਨਿਸਤਾਨ ਤੇ ਨਹੀਂ ਪਿਛਲ ਇਹਦਾ ਪਾਕਿਸਤਾਨ ਤੇ ਵੀ ਪੈਣਾ, ਇਹਦਾ ਪ੍ਰਭਾਵ ਭਾਰਤ ਦੇ ਉੱਤੇ ਵੀ ਪੈਣਾ, ਇਹਦਾ ਪ੍ਰਭਾਵ ਕਸ਼ਮੀਰ ਤੱਕ ਵੀ ਆ ਲੱਗਣਾ। ਇਹ ਇੱਕ ਬੜੀ ਮਤਲਬ ਵੱਡੀ ਸਮੱਸਿਆ ਬਣ ਜਾ ਰਹੀ ਔਰ ਇਹ ਬੜੀ ਸੋਚੀ ਸਮਝੀ ਸਕੀਮ ਇੱਕ ਹੋਰ ਵੀ ਹੈ ਕਿ ਅਸੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਵਗੈਰਾ ਸਾਰੇ ਦੇਸ਼ ਨਾਲ ਤੇ ਅਸੀਂ ਆਪਣੇ ਫੌਜੀ ਜਿਹੜੇ ਆ ਭੇਜ ਕੇ ਵੀ ਤਮਾ ਕਰ ਰਹੇ ਆ। ਇਹਦਾ ਸੇਕ ਜਿਹੜਾ ਜਾਂ ਰਸ਼ੀਆ ਨੂੰ ਵੀ ਲੱਗਣ ਲਈ ਆਪੇ ਉਹਦੇ ਲਈ ਵੀ ਕ੍ਰਾਈਸਿਸ ਖੜਾ ਕਰਾਂਗੇ। ਸੋ ਇਹ ਚੀਜ਼ ਜਿਹੜੀ ਹੈਗੀ ਆ ਜਿਹੜੀ ਵਾਰ ਸਟ੍ਰੈਟਜੀ ਹੈ ਨਾ ਮੈਨੂੰ ਲੱਗਦਾ ਕਿ ਉਹਦੇ ਵਿੱਚ ਇੱਕ ਬਹੁਤ ਵੱਡੀ ਗਲਤੀ ਇਹ ਕਰ ਰਹੇ ਨੇ ਕਿਉਂਕਿ ਜੇ ਇਸ ਕਿਸਮ ਦੀ ਜਿਹੜੇ ਆ ਇਸ ਹਾਲਤ ਦੇ ਵਿੱਚ ਉਹਦੇ ਲੋਕਾਂ ਦੀ ਕੀ ਹਾਲਤ ਬਣੂ। ਜਿਹੜੇ ਲੋਕ ਜਿਹਦੇ ਚ ਭਾਰਤ ਨੇ ਵੀ ਬੜੀ ਮਦਦ ਕੀਤੀ ਆ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਬਹੁਤ ਸਾਰੀ ਜਿਹੜੀਆਂ ਡਿਵੈਲਪਮੈਂਟ ਦੀਆਂ ਪਲੈਨਿੰਗ ਉਹਦੇ ਵੀ ਕੀਤਾ ਸਾਰਾ। ਇੱਕ ਖਬਰ ਜਿਹੜੀ ਇੱਕ ਹੋਰ ਵੀ ਸਪਸ਼ਟ ਹੋ ਸਾਹਮਣੇ ਆਈ ਆ ਕਿ ਭਾਰਤ ਦੀ ਸਰਕਾਰ ਨੇ ਇੱਕ ਮੀਟਿੰਗ ਤਾਲਿਬਾਨ ਨਾਲ ਚੋਰੀ ਕੀਤੀ ਹੈ ਬਾਹਰ ਦੇ ਦੇਸ਼ ਔਰ ਉਹਦਾ ਐਕਸਪੋਜ਼ਰ ਹੋ ਗਿਆ। ਇਹ ਤਾਂ ਨਹੀਂ ਮੰਨਦੇ ਵੀ ਅਸੀਂ ਨਹੀਂ ਮਿਲੇ ਪਰ ਪ੍ਰੂਫ ਆ ਗਿਆ ਉਹਦੀਆਂ ਫੋਟੋ ਪਤਾ। ਹੁਣ ਸਵਾਲ ਇਹਨਾਂ ਦੇ ਵੀ ਖੜੇ ਹੋਏ ਆ ਕਿ ਤੁਸੀਂ ਉਹਨਾਂ ਨੂੰ ਮਿਲਣ ਲਈ ਇਤਨੀ ਜ਼ਰੂਰਤੀਆਂ ਕਰ ਰਹੇ ਇਹਦਾ ਕੀ ਬਣਾ। ਇੱਕ ਪਾਸੇ ਤਾਂ ਤੁਸੀਂ ਉਹਦਾ ਵਿਰੋਧ ਕਰ ਰਹੇ ਹੋ ਤਾਲਿਬਾਨ ਦਾ, ਦੂਸਰੇ ਪਾਸੇ ਜਿਹੜੀ ਅੰਦਰ ਖਾਤੇ ਮੀਡੀਆ ਹੋ ਰਹੀਆਂ ਇਹਦਾ ਕੀ ਅਰਥ ਹੈ। ਉਹਨੂੰ ਭਾਰਤ ਸਰਕਾਰ ਮੰਨਣ ਲਈ ਤਿਆਰ ਨੇ ਪਰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਉਹਦੀਆਂ ਸਾਰੀਆਂ ਫੋਟੋ ਤੱਕ ਆ ਗਈਆਂ, ਗੱਲਬਾਤ ਚੱਲਦੀ ਦੀਆਂ ਆ ਗਈਆਂ, ਦੂਸਰਾ ਆ ਗਿਆ ਉਹ ਕਿਸੇ ਵੀ ਗੱਲ ਨਹੀਂ ਰਹੀ। ਹੁਣ ਇਹ ਵੀ ਇੱਕ ਸਵਾਲ ਖੜਾ ਹੋਊਗਾ ਇਹਦੇ ਲਈ ਅਮਰੀਕਾ ਨੇ ਵੀ ਕੰਨ ਖੜੇ ਕਰ ਲਏ ਇਹ ਕੀ ਚੱਕਰ ਚੱਲ ਰਿਹਾ। ਇਹ ਵੱਖਰਾ ਕੀ ਬਣਾਉਣਾ ਚਾਹੁੰਦੇ ਕਿਉਂਕਿ ਇਹਨਾਂ ਦੀ ਜੁਗਤਬੰਦੀ ਇਹ ਆ ਕਿ ਤਾਲਿਬਾਨ ਨੂੰ ਰੋਕ ਸਕਦੇ ਨਹੀਂ ਤੇ ਇਹਨਾਂ ਨਾਲ ਅਸੀਂ ਗਲਤ ਗਰੁੱਪ ਕਰਕੇ ਤੇ ਪਾਕਿਸਤਾਨ ਦੀ ਕ੍ਰਾਈਸਿਸ ਖੜਾ ਕਰਦੀ। ਸੋ ਇਸ ਕਿਸਮ ਦੀ ਜਿਹੜੀ ਯੁੱਧ ਨੀਤੀ ਚੱਲ ਰਹੀ ਆ ਇਹਦੇ ਸਿੱਟੇ ਤਾਂ ਚੰਗੇ ਨਹੀਂ ਦਿਸ ਰਹੇ ਔਰ ਲੋਕਾਂ ਲਈ ਇਹ ਬਹੁਤ ਘਾਤਕ ਹੋ ਸਕਦੀ ਹੈ ਕਿਉਂਕਿ ਜਿਹੜੇ ਉਹ ਇੰਨੇ ਭੂਤਰ ਜਾਣਗੇ ਕਿ ਉਹਨਾਂ ਦੇ ਕਿਸੇ ਦੇ ਕਾਬੂ 'ਚ ਆਉਣਾ ਹੀ ਨਹੀਂ। ਤੁਸੀਂ ਦੇਖੋ ਨਾ ਕਿ ਜਿੱਥੇ ਇਹ ਅਮਰੀਕਾ ਨੇ ਮਤਲਬ ਸਾਰਾ ਜੋਰ ਲਾ ਲਿਆ ਉਹ ਇਹਦੀ ਦੀ ਗੌਰ ਕੀਤੀ ਇਹਨਾਂ ਨੇ ਉੱਥੇ ਉਹ ਪਾਕਿਸਤਾਨ ਦੀ ਆਰਮੀ ਨੂੰ ਜਾਂ ਅਫਗਾਨਿਸਤਾਨ ਦੀ ਫੌਜ ਨੂੰ ਕੀ ਸਮਝਦੇ। ਬਾਕੀ ਜਿਹੜੇ ਕੱਟੜ ਮੁਸਲਮਾਨ ਹੈ ਉਹਨਾਂ ਦੇ ਨਾਲ ਕੱਟੜ ਮੁਸਲਿਮ ਜਿਹੜੇ ਆ ਉਹ ਸਾਰੇ ਉਹਨਾਂ ਦੀ ਸਪੋਰਟ ਤੇ ਆ। ਸੋ ਇਹ ਪੋਜੀਸ਼ਨ ਉਸੇ ਤਰ੍ਹਾਂ ਹੀ ਬਣ ਰਹੀ ਆ ਜਿਵੇਂ ਪਹਿਲੇ ਸਮੇਂ ਦੇ ਵਿੱਚ ਜਸ਼ਨ ਦੇ
ਉਹ ਕੁਛ ਹੀ ਫੇਰ ਦੁਬਾਰਾ ਹੋਣ ਲੱਗਾ। ਔਰ ਇਹ ਇਤਿਹਾਸ ਜਿਹੜਾ ਮੁੜ ਦੁਹਰਾ ਰਿਹਾ ਆਪਣੇ ਆਪ। ਔਰ ਇਹ ਗੱਲ ਇਹ ਲਹਿਰਾਂ ਜਿਹੜੀਆਂ ਉੱਥੇ ਹੀ ਨਹੀਂ ਕਿ ਆਲੇ ਦੁਆਲੇ ਫੈਲਦੀਆਂ ਤੇ ਬਹੁਤ ਨੁਕਸਾਨ ਜਿਹੜਾ ਹੈਗਾ ਇਸ ਖੇਤੇ ਦਾ ਕਰ। ਠੀਕ ਹੈ। ਹਾਂਜੀ ਭੱਟੀ ਸਾਹਿਬ, ਦੂਜਾ ਜਿਹੜਾ ਮਸਲਾ ਕੌਮਾਂਤਰੀ ਦੂਜੀ ਖਬਰ ਸੀ ਰਫੇਲ ਵਾਲੀ, ਉਹਦੇ ਤੇ ਕੱਲ ਨੂੰ ਚਰਚਾ ਕਰਾਂਗੇ, ਹੁਣ ਸਮਾਂ ਆਪਣੇ ਕੋਲ ਹੈ ਨਹੀਂਗਾ। ਮੈਂ ਇੱਕ ਮਿੰਟ ਲਿਖੋ ਨਾ, ਥੋੜਾ ਬਰੀਫਿੰਗ ਕਰ। ਦੇਖੋ ਗੱਲ ਇਹ ਹੈ ਕਿ ਜੋ ਤੱਥ ਸਾਹਮਣੇ ਆਏ ਆ, ਹਾਂਜੀ, ਜੋ ਕੁਝ ਅੱਜ ਫਰਾਂਸ ਦੇ ਵਿੱਚ ਸਪੈਸ਼ਲ ਕੋਰਟਸ ਜਿਹੜੀਆਂ ਹੈਗੀਆਂ ਉਹਦੇ ਉੱਤੇ ਉਹਨਾਂ ਨੇ ਇਨਕੁਆਇਰੀ ਸ਼ੁਰੂ ਕਰ ਦਿੱਤੀ ਆ, ਉਹ ਨਾ ਪਾ ਕੇ ਐਪੀਸਨ ਜਦੋਂ ਆਪਾਂ ਕੱਲ ਨੂੰ ਗੱਲ ਕਰਾਂਗੇ ਸਾਬਤ ਹੋਊਗਾ ਕਿ ਇਹ ਮਸਲਾ ਉਹਦੀ ਪੈਸੇ ਦਾ ਨਹੀਂ, ਕਿਹਨੂੰ ਪੈਦਾ ਕਿ ਕੌਣ ਲੈ ਗਿਆ, ਕਿਵੇਂ ਕੌਣ ਕਰਤਾ ਹੋਇਆ, ਕਿਸ ਢੰਗ ਨਾਲ ਬਾਂਸ ਪੈਦਾ ਬਚਾਇਆ, ਦੂਸਰਾ ਇਹ ਤਾਂ ਦੇਸ਼ ਧਰੋਂ ਦਾ ਮਸਲਾ ਬਣਦਾ। ਹੁਣ ਇਹਦੇ ਵਿੱਚ ਇਸ ਦੇਸ਼ ਧਰੋਂ ਦੇ ਮਾਮਲੇ 'ਚ ਸ਼ਾਮਲ ਕੌਣ ਹੈ, ਜੇ ਮੈਂ ਉਹ ਦੱਸਦਿਆਂ ਇੰਡੀਕੇਸ਼ਨ ਦੇ ਦੇਣਾ ਪਾਈਏ, ਉਹਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਔਰ ਹੋਰ ਪੂਰੀ ਤਰ੍ਹਾਂ ਅਫਸਰ ਜਿਹੜੇ ਬਣੇ ਹੋਏ ਹਨ, ਫਿਰ ਸੁਪਰੀਮ ਕੋਰਟ ਦਾ ਚੀਫ ਜਸਟਿਸ ਸੀ ਉਸ ਵੇਲੇ ਗਗੋਈ, ਉਹਦੇ ਨਾਲ ਜਿਹੜੀ ਢੋਲ ਕਿੱਦਾਂ ਹੋਈ ਤੇ ਬਾਅਦ ਵਿੱਚ ਉਹਦੀ ਰਿਟਾਇਰਮੈਂਟ ਤੋਂ ਉਹਨੂੰ ਰਾਜ ਸਭਾ ਦਾ ਮੈਂਬਰ ਕਿੱਦਾਂ ਬਣਾਇਆ, ਇਹ ਵੀ ਇੱਕ ਸੌਦਾ ਹੋਇਆ। ਉਹ ਜਿੱਥੇ ਦੇਸ਼ ਦੇ ਵਿੱਚ ਜਿਹੜੀ ਫੌਜ ਦੀ ਸਿਕਰੇਸੀ ਆ ਉਹ ਦਾਅ ਤੇ ਲਾ ਕੇ ਉਹਦਾ ਸਾਰਾ ਕੁਝ ਐਕਸਪੋਜ਼ ਕਰਕੇ ਦੂਸਰੇ ਦੇਸ਼ਾਂ ਨੂੰ ਜਿੱਥੋਂ ਇਹ ਸਾਰਾ ਕੁਝ ਕਰਨਾ ਔਰ ਪਹਿਲੇ ਕੀਤੇ ਹੋਏ ਫੈਸਲੇ ਨੂੰ ਬਹੁਤ ਹੀ ਢੰਗ ਦੇ ਨਾਲ ਰੱਦ ਕਰ ਦੇਣ। ਔਰ ਜਿਹੜੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸੀ ਜਿਨ੍ਹਾਂ ਚੋਂ ਵਿਸ਼ੇਸ਼ ਕਰਕੇ ਪ੍ਰਸ਼ਾਂਤ ਭੂਸ਼ਣ ਹੈ, ਪ੍ਰਸ਼ਾਂਤ ਭੂਸ਼ਣ ਨੇ ਜਿਹੜਾ ਐਕਸਪੋਜ਼ਰ ਕੀਤਾ ਅੱਜ, ਮਤਲਬ ਉਹਨੇ ਜਿਸ ਤਰ੍ਹਾਂ ਕਿਹਾ ਕਿ ਅਸੀਂ ਕਿਵੇਂ ਉਸ ਸਮੇਂ ਜਦੋਂ ਇਹ ਚੀਜ਼ ਹੋਈ ਆ ਇਹ ਤੋਂ ਲੀਗਲ ਸੀ, ਜਿਹਦਾ ਨਾ ਕਾਨੂੰਨ ਅਨੁਸਾਰ ਕੋਈ ਮਾਮਲਾ ਸੀ ਨਾ ਦੂਸਰਾ ਵੀ। ਉਸ ਸਮੇਂ ਜਦੋਂ ਅਸੀਂ ਸੁਪਰੀਮ ਕੋਰਟ 'ਚ ਗਏ ਆ ਤਾਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਵੱਲੋਂ ਇੱਕ ਬੰਦ ਲਿਫਾਫਾ ਦਿੱਤਾ ਗਿਆ। ਉਹ ਲਿਫਾਫੇ 'ਚ ਕੀ ਸੀ, ਉਹ ਕੀ ਕਹਾਣੀ ਸੀ, ਉਸ ਤੋਂ ਬਾਅਦ 'ਚ ਉਹਨਾਂ ਨੇ ਸਾਰਾ ਕੇਸ ਹੀ ਛੱਡਤਾ। ਹੁਣ ਦੁਬਾਰਾ ਜਿਹੜੀ ਹੈ ਉਹਦੇ ਤੇ ਦੁਬਾਰਾ ਪਟੀਸ਼ਨ ਪਾਈ, ਉਹ ਵੀ ਰੱਦ ਕਰ। ਔਰ ਇਹ ਜੋ ਕੁਝ ਵੀ ਵਾਪਰ ਰਿਹਾ ਇਹ ਸਾਰਾ ਕੁਝ ਹੀ ਸਧਾਰਨ ਨਹੀਂ, ਨਾ ਹੀ ਇੱਕ ਪੈਸੇ ਦੇ ਲੈਣ ਦੇਣ ਦਾ ਮਾਮਲਾ ਤੇ ਨਾ ਹੀ ਹੁਣ ਇਹ ਗੁਪਤ ਰਹਿਣਾ। ਹੁਣ ਫਰਾਂਸ ਦੇ ਵਿੱਚ ਜਿਹੜਾ ਸ਼ੁਰੂ ਹੋ ਗਿਆ ਇਹ ਗੁਪਤ ਨਹੀਂ ਰਹਿਣਾ, ਉੱਥੇ ਤੱਕ ਨਹੀਂ ਚੱਲਿਆ ਵੀ ਇਹ ਡੀਲਿੰਗ ਜਿਹੜੀਆਂ ਹੋਈਆਂ ਇਹਦੇ ਵਿੱਚ ਮਹਿਲਾ ਕੀ ਹੈ। ਕਿਉਂ ਹਿੰਦੁਸਤਾਨ ਲਿਮਟਿਡ ਜਿਹੜੀ ਕੰਪਨੀ ਆ ਮੈਟਿਕ ਲਿਮਟਿਡ ਐਚਏਐਲ, ਉਹਨੂੰ ਛੱਡ ਕੇ ਇੱਕ ਇਹੋ ਜਿਹੇ ਮਤਲਬ ਢੰਗ ਦੇ ਨਾਲ ਸਾਰੇ ਕਾਇਦੇ ਕਾਨੂੰਨ ਤੋੜ ਕੇ ਸਾਰੇ ਸਿਸਟਮ ਨੂੰ ਪਾਸੇ ਕਰਕੇ ਕਿਉਂ ਹੋਇਆ, ਸਵਾਲ ਇਹ ਖੜਾ ਹੈ ਬਸ। ਕੱਲ ਕਰਾਂਗੇ ਵਿਸਥਾਰ ਨਾਲ ਗੱਲ, ਹੋਰ ਇਹਨੂੰ ਪ੍ਰਾਇੋਰਟੀ ਦੇਵਾਂਗੇ। ਹਾਂਜੀ, ਬਹੁਤ ਮਿਹਰਬਾਨੀ ਭੱਟੀ ਸਾਹਿਬ ਤੁਹਾਡੀ ਸਮਾਂ ਕੱਢਣ ਲਈ ਔਰ ਇੰਨੀਆਂ ਮਹੱਤਵਪੂਰਨ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਨ ਵਾਸਤੇ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ। ਕੱਲ ਇਸੇ ਟਾਈਮ ਤੇ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਕਰਾਂਗੇ। ਥੈਂਕ ਯੂ ਵੈਰੀ ਮਚ। ਓਕੇ, ਬਹੁਤ ਮਿਹਰਬਾਨੀ, ਸ਼ੁਕਰੀਆ, ਥੈਂਕਸ।